ਇੱਕ ਸਧਾਰਨ ਕੁੜੀ ਜਿਹੜੀ ਕਿ ਹੱਲੂਵਾਲ ਪਿੰਡ ਦੇ ਵਿੱਚੋਂ ਆਈ, ਜਿਹੜੀ ਥੋੜਾ ਕੁ ਸਮਾਂ ਪਹਿਲਾਂ ਪੱਕੀ ਵਾਸੀ ਬਣੀ ਤੇ ਉਹ ਕੌਂਸਲਰ ਬਣ ਗਈ 17 ਤੋਂ ਬਾਅਦ 22, ਹਾਲੇ ਤਾਂ ਵਰੇ ਸਾਰੇ 4-5 ਹੋਏ ਆ। ਇਹ ਸਾਰਾ ਕੁਝ ਕਿਵੇਂ ਹੋ ਗਿਆ, ਚਮਤਕਾਰ ਕਿਵੇਂ ਹੋ ਗਿਆ? ਮੇਰੇ ਡੈਡੀ ਆਰਮੀ 'ਚ ਸੀ ਤੇ ਅਸੀਂ ਤਕਰੀਬਨ ਉੱਥੋਂ ਸ਼ੁਰੂ ਹੋ ਗਏ ਸੀ। ਮੇਰਾ ਦਿਮਾਗ ਸੀ ਕਿ ਮੈਂ ਆਰਮੀ 'ਚ ਜਾਣਾ। ਆਰਮੀ 'ਚ ਮੈਂ ਡਾਕਟਰ ਬਣਨਾ, ਪਤਾ ਕਿਉਂ? ਕਿਉਂਕਿ ਮੈਨੂੰ ਉਹ ਆਰਮੀ ਦੀ ਯੂਨੀਫਾਰਮ, ਉੱਥੇ ਸਟਾਰ ਲੱਗੇ, ਮੈਂ ਕੈਪਟਨ ਬਣੂਗੀ, ਉਹ ਅੱਛਾ ਲੱਗਦਾ ਸੀ। ਪਰ ਉਹ ਕਿੱਥੇ ਹੁਣ ਆ ਕੇ, ਹੁਣ ਮੇਰੇ ਡੈਡੀ ਨੇ ਪਰਸੋਂ ਯਾਦ ਦਿਲਾਇਆ, ਕਹਿੰਦੇ ਤੇਰੇ ਉਹ ਸਟਾਰ ਹੋਣ ਲੱਗ ਗਏ। ਵਾਹ ਵਾਹ। ਉਹਦਾ ਮਨ ਦੇ ਵਿੱਚ ਹੈ ਵੀ ਜੇ ਕਿਤੇ ਉੱਥੇ ਹੁੰਦੇ ਕੌਂਸਲਰ ਬਣ ਜਾਂਦੇ। ਕਦੀ ਸੋਚਿਆ ਵੀ ਨਹੀਂ ਸੀ ਉੱਥੇ ਇੰਡੀਆ 'ਚ ਪੋਲੀਟਿਕਸ ਵਾਲੇ ਪਾਸੇ ਹੈ। ਕਿਸੇ ਨੇ ਸਲਾਹ ਦਿੱਤੀ ਕਿ ਬੈਟਰ ਹੈ ਸੋਸ਼ਲਾਈਜ਼ ਕਰਨਾ, ਇਹਦਾ ਕੋਈ ਪਾਰਟੀ ਜੁਆਇਨ ਕਰ ਲਓ। ਅੱਛਾ, ਐਵਰੀ ਮੰਥ ਜਾਓਗੇ, ਮੀਟਿੰਗ ਹੋਣਗੀਆਂ, ਨਾਲੇ ਚਾਹ ਪਕੌੜੇ ਖਾਓਗੇ ਤੇ ਆ ਜਾਓ। ਹਾਂ, ਮੈਂ ਕਿਹਾ ਮਸਲਾ ਇੱਥੇ ਵੀ ਪਕੌੜਿਆਂ ਦਾ। ਚਾਹ ਤੁਸੀਂ ਇਸ ਅਹੁਦੇ ਤੇ ਬੈਠ ਕੇ ਵੀ ਘੱਟ ਬੋਲਦੇ ਆ। ਘੱਟ ਬੋਲਦੇ? ਬਹੁਤ ਘੱਟ ਬੋਲਦੇ। ਤੁਸੀਂ ਬੜਾ ਸੰਜੀਦਾ, ਬੜੇ ਸੰਖੇਪ 'ਚ ਬੋਲਦੇ ਆ। ਉੱਥੇ ਤਾਂ ਮਾੜੀ ਜਿਹੀ ਤਿਆਰੀ ਹੋਵੇ ਕਿਸੇ ਦੀ ਵੀ, ਭਾਈ ਮੈਂ ਕੁਛ ਬਣਨਾ ਚਾਹੁੰਦਾ, ਨੇਰੀਆਂ ਲਿਆ ਦਿੰਦਾ ਫੇਸਬੁੱਕ ਤੇ। ਕੈਨੇਡਾ ਦੇ ਮੁਕਾਬਲਤਨ, ਇੰਗਲੈਂਡ ਦੇ ਮੁਕਾਬਲਤਨ ਸਾਡੇ ਪੰਜਾਬੀ ਆ ਜਿਹੜੇ ਰਾਜਨੀਤੀ ਦੇ ਵਿੱਚ ਘੱਟ ਆ। ਇੱਥੇ ਮੇਰੇ ਖਿਆਲ ਵਿੱਚ ਸ਼ੁਰੂਆਤ ਹੀ ਕਰਤੀ ਆ, ਖਾਤਾ ਖੋਲ੍ਹਤਾ। ਵੂਮਨ ਤਾਂ ਮੈਂ ਹੀ ਹਾਂ ਜੀ। ਹਾਂ ਬਿਲਕੁਲ। ਸਾਡੇ ਕਈ ਪਿੰਡਾਂ ਦੇ ਵਿੱਚ ਬੀਬੀਆਂ ਜਿੱਤ ਜਾਂਦੀਆਂ, ਸਰਪੰਚਣੀ ਬਣ ਗਈ ਬੀਬੀ। ਉਹ ਆਪ ਵਿਚਾਰੀ ਘਰੇ ਹੀ ਕੰਮ ਕਰਦੀ, ਮੋਹਰ ਮਾਰ ਲਾਉਣ ਦਾ ਕੰਮ ਘਰ ਵਾਲਾ ਜਾਂ ਮੁੰਡਾ ਹੀ ਕਰਦਾ। ਭਾਈ ਅਸਲ ਦੇ ਵਿੱਚ ਸਰਪੰਚ ਉਹ ਹੁੰਦਾ। ਘਰ ਦੇ ਕੰਮ ਵੀ ਕਰਕੇ ਆਓ ਤੇ ਫਿਰ ਉਹ ਜੌਬ ਤੇ ਵੀ ਜਾਓ, ਫਿਰ ਇੱਥੇ ਕਾਉਂਸਲ ਦੀਆਂ ਮੀਟਿੰਗਸ ਵੀ ਅਟੈਂਡ ਕਰੋ, ਸਾਰਾ ਕੁਝ ਆਪ ਹੀ ਕਰਨਾ ਪੈਂਦਾ। ਇੱਥੇ ਆ ਕੇ ਉੱਥੋਂ ਦੀ ਤੁਲਨਾ ਕਿਵੇਂ ਕਰਦੇ ਹੋ? ਜਦੋਂ ਮੈਂ ਪਹਿਲੇ ਆਈ ਹਾਂ, ਮੈਨੂੰ ਬੜਾ ਅੱਛਾ ਲੱਗਿਆ। ਪ੍ਰਾਈਮ ਮਿਨਿਸਟਰ ਸੀ, ਉਹਨੂੰ ਟ੍ਰੈਫਿਕ ਫਾਈਨ ਹੋਇਆ। ਦੇਖੋ, ਐਗਜ਼ਾਮਪਲ ਸੈੱਟ ਕਰਦੀ ਹੈ ਕੰਟਰੀਜ਼ ਕਿ ਇੱਕ ਪ੍ਰਾਈਮ ਮਿਨਿਸਟਰ ਨੂੰ ਵੀ ਅਗਰ ਫਾਈਨ ਹੋ ਸਕਦਾ ਤੇ ਫਿਰ ਸਾਰੀ ਜਨਤਾ ਸੈਟੀਸਫਾਈਡ ਹੈ ਕਿ ਅਸੀਂ ਇਕੁਅਲ ਹਾਂ। ਪ੍ਰਾਈਮ ਮਿਨਿਸਟਰ ਇਹ ਨਹੀਂ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਫਾਈਨ ਨਹੀਂ ਹੋ ਸਕਦਾ। ਸਰ ਆਪਣੀ ਕੰਟਰੀ 'ਚ ਫਾਈਨ ਕਰਕੇ ਦੇਖ ਲਓ ਪ੍ਰਾਈਮ ਮਿਨਿਸਟਰ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਸਵਰਨ ਸਿੰਘ ਟਹਿਣਾ ਤੇ ਚੱਜ ਦਾ ਵਿਚਾਰ ਪ੍ਰੋਗਰਾਮ ਕੱਲਾ ਹੀ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਆਸਟ੍ਰੇਲੀਆ ਦੇ ਵਿੱਚ ਆਏ ਹੋਏ ਹਾਂ। ਇਸ ਵੇਲੇ ਸਿਡਨੀ ਦੇ ਵਿੱਚ ਹਰਮਨ ਸਿੰਘ ਜੀ ਨਾਲ ਹੁੰਦੇ ਨੇ ਪ੍ਰੋਗਰਾਮ ਦੇ ਵਿੱਚ, ਪਰ ਉਹ ਨਹੀਂ ਆਏ, ਜਿਹਦੇ ਕਰਕੇ ਇਕੱਲੇ ਨੂੰ ਜ਼ਿੰਮੇਵਾਰੀਆਂ ਮੈਨੂੰ ਨਿਭਾਉਣੀਆਂ ਪੈ ਰਹੀਆਂ। ਪਰ ਜਿੱਥੇ ਵੀ ਅਸੀਂ ਗਏ ਹਾਂ, ਪੰਜਾਬੀਆਂ ਨੇ ਬੇਹੱਦ ਮਾਣ ਅਤੇ ਸਤਿਕਾਰ ਦਿੱਤਾ। ਅਤੇ ਮਨ ਦੇ ਵਿੱਚ ਹਮੇਸ਼ਾ ਮੇਰੇ ਇਸ ਗੱਲ ਦੀ ਜਿਗਿਆਸਾ ਰਹਿੰਦੀ ਹੈ ਕਿ ਜਿਵੇਂ ਕੈਨੇਡਾ ਦੇ ਵਿੱਚ ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਆ, ਉੱਥੇ ਅਸੀਂ ਇੱਕ ਵੱਖਰਾ, ਨਿਆਰਾ, ਕਮਾਲ ਦਾ ਪੰਜਾਬ ਵਸਾ ਲਿਆ। ਆਪਣੀ ਮਿਹਨਤ ਮੁਸ਼ੱਕਤ ਦੇ ਨਾਲ ਉੱਥੇ ਹਰ ਖੇਤਰ ਦੇ ਵਿੱਚ ਪੌਂ-ਬਾਰਾਂ ਕਮਾਲ ਕਰਤੀ ਹੈ। ਅਤੇ ਰਾਜਨੀਤੀ ਦੇ ਵਿੱਚ ਵੀ ਉੱਥੇ ਪੰਜਾਬੀ ਸਾਡੇ ਵੀਰ ਸਿਖਰ ਦੇ ਉੱਤੇ ਆ, ਸਾਡੀਆਂ ਭੈਣਾਂ ਸਿਖਰ ਦੇ ਉੱਤੇ ਆ। ਸੋ ਮੇਰੇ ਮਨ ਦੇ ਵਿੱਚ ਇਹ ਅਕਸਰ ਇੱਛਾ ਰਹਿੰਦੀ ਸੀ ਕਿ ਯਾਰ ਆਸਟ੍ਰੇਲੀਆ ਦੇ ਵਿੱਚ ਵੀ ਇਵੇਂ ਹੋਵੇ, ਯਾਰ ਨਿਊਜ਼ੀਲੈਂਡ ਦੇ ਵਿੱਚ ਵੀ ਇਵੇਂ ਹੋਵੇ, ਹੋਰ ਵੱਖ-ਵੱਖ ਥਾਵਾਂ 'ਤੇ ਹੋਈ ਜਾਂਦਾ ਹੈ, ਆਸਟ੍ਰੇਲੀਆ ਦੇ ਵਿੱਚ ਕਿਉਂ ਨਹੀਂ? ਪਰ ਅੱਜ ਅਸੀਂ ਜਿਨ੍ਹਾਂ ਦੇ ਨਾਲ ਬੈਠੇ ਹਾਂ, ਜਿਨ੍ਹਾਂ ਦੇ ਨਾਲ ਇਹ ਅੱਜ ਪ੍ਰੋਗਰਾਮ ਕਰਨ ਲੱਗੇ ਹਾਂ, ਇਹ ਨੇ ਕੁਸ਼ਪਿੰਦਰ ਕੌਰ, ਕੌਂਸਲਰ ਨੇ ਸਿਡਨੀ ਦੇ ਵਿੱਚ, ਬਲੈਕ ਟਾਊਨ ਸ਼ਹਿਰ ਦੇ ਵਿੱਚ। ਅਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਆਸਟ੍ਰੇਲੀਆ ਦੇ ਵਿੱਚ ਪਹਿਲੀ ਔਰਤ ਨੇ ਕਿਸੇ ਸੰਵਿਧਾਨਕ ਅਹੁਦੇ ਦੇ ਉੱਤੇ ਪੰਜਾਬਣ ਦੇ ਤੌਰ ਦੇ ਉੱਤੇ। ਇਹਨਾਂ ਨੂੰ ਪੁੱਛਾਂਗੇ ਜੀ ਕਿ ਇੱਥੇ ਤੁਹਾਡਾ ਆਉਣ ਦਾ ਸਬਬ ਕਿਵੇਂ ਬਣਿਆ ਸੀ? ਇਸ ਸੰਵਿਧਾਨਕ ਅਹੁਦੇ ਦੇ ਉੱਤੇ ਕੌਂਸਲਰ ਦੇ ਰੁਤਬੇ ਦੇ ਉੱਤੇ ਬਹਿਣਾ ਕੋਈ ਮੇਰਾ ਖਿਆਲ ਵੀ ਛੋਟੀ ਗੱਲ ਨਹੀਂ, ਕਿਉਂਕਿ ਅਸੀਂ ਜੇਕਰ ਪੰਜਾਬ ਦੇ ਨਾਲ ਤੁਲਨਾ ਕਰਕੇ ਦੇਖੀਏ ਫਿਰ ਤਾਂ ਲੱਗੇ ਭਾਵੇਂ ਛੋਟੀ, ਪਰ ਜੇਕਰ ਅਸੀਂ ਇੱਥੋਂ ਦੇ ਹਿਸਾਬ ਨਾਲ ਦੇਖੀਏ ਤਾਂ ਗੱਲ ਹੈਗੀ ਬਹੁਤ ਵੱਡੀ। ਸਿਟੀ ਨੂੰ ਕਿਵੇਂ ਸੋਹਣਾ ਰੱਖਣਾ, ਸ਼ਹਿਰ ਦੇ ਵਿੱਚ ਕਿਵੇਂ ਸਹੂਲਤਾਂ ਪ੍ਰਦਾਨ ਕਰਨੀਆਂ, ਬਜਟ ਕਿਵੇਂ ਹੋਣਾ ਚਾਹੀਦਾ, ਕੀ ਕੁਝ ਹੋਵੇਗਾ, ਕੀ ਕੁਝ ਨਹੀਂ ਹੋਵੇਗਾ। 15 ਕੌਂਸਲਰ ਨੇ ਇੱਥੇ। ਮੈਂ ਥੋੜ੍ਹੀ ਜਿਹੀ ਜਾਣਕਾਰੀ 'ਚ ਵਾਧਾ ਕਰਦੇ ਹਾਂ ਕਿ ਇੱਥੇ ਬਲੈਕ ਟਾਊਨ ਜਿਹੜੀ ਹੈ ਕੌਂਸਲ, ਇਹਦੇ ਵਿੱਚ 15 ਕੌਂਸਲਰ ਨੇ, 5 ਇੱਥੇ ਕੁੱਲ ਵਾਰਡ ਨੇ। ਉਹਨਾਂ 15 ਕੌਂਸਲਰ ਦੇ ਵਿੱਚੋਂ 3 ਕੌਂਸਲਰ ਭਾਰਤੀ ਨੇ ਅਤੇ ਭਾਰਤੀਆਂ ਦੇ ਵਿੱਚੋਂ 2 ਪੰਜਾਬੀ ਨੇ, ਇੱਕ ਹੋਰ ਸੂਬੇ ਦਾ, ਅਤੇ 2 ਕੌਂਸਲਰ ਪੰਜਾਬੀ ਨੇ। ਉਹਨਾਂ ਦੇ ਵਿੱਚੋਂ ਇੱਕ ਡਾਕਟਰ ਮਨਿੰਦਰ ਸਿੰਘ ਜਿਹੜੇ ਕਿ ਦੂਜੀ ਵਾਰ ਕੌਂਸਲਰ ਬਣੇ ਇੱਥੇ, ਅਤੇ ਉਹਨਾਂ ਨੇ ਵੀ ਆਪਣੀ ਬੜੀ ਸੋਹਣੀ ਛਾਪ ਛੱਡੀ ਹੈ। ਦੂਜੀ ਵਾਰ ਉਹ ਬਣ ਗਏ, ਕਾਮਯਾਬ ਹੋਏ ਆ। ਅਤੇ ਕੁਸ਼ਪਿੰਦਰ ਕੌਰ ਜੀ ਪਹਿਲੀ ਵਾਰ ਇਹ ਦੁਆਬੇ ਦੇ ਹੱਲੂਵਾਲ ਪਿੰਡ ਨਾਲ ਸੰਬੰਧਿਤ ਨੇ। ਜਾਣਕਾਰੀਆਂ ਬਹੁਤ ਗਣਵਾਂਗੇ ਕੁਸ਼ਪਿੰਦਰ ਜੀ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਪਹਿਲੇ ਤਾਂ ਤੁਹਾਡਾ ਸਵਾਗਤ ਆਸਟ੍ਰੇਲੀਆ ਦੀ। ਬੜੀ ਮਿਹਰਬਾਨੀ ਜੀ। ਹਾਂਜੀ, ਚੜ੍ਹਦੀ ਕਲਾ ਦੇ ਵਿੱਚੋਂ। ਹਾਂਜੀ, ਬਿਲਕੁਲ ਚੜ੍ਹਦੀ ਕਲਾ। ਮੇਰੀ ਜਾਣਕਾਰੀ 'ਚ ਵਾਧਾ ਕਰੋ ਵੀ ਜਿਹੜਾ ਤੁਹਾਡੇ ਗਲ 'ਚ ਸਕਾਰਫ ਪਾਇਆ ਅਤੇ ਇਹਦੇ ਵਿੱਚ ਰੰਗਾਂ ਦੀ ਗਾਗਰ ਆ, ਪੂਰੀ ਰੰਗਾਂ ਦਾ ਸਾਗਰ ਆ। ਮੈਨੂੰ ਪਤਾ ਲੱਗਾ ਵੀ ਇਹ ਵੀ ਤੁਹਾਡੇ ਕੋਈ ਝੰਡੇ ਦੇ ਨਾਲ ਮੇਲ ਖਾਂਦੀ ਗੱਲ ਹੈ। ਹਾਂਜੀ, ਕਾਫੀ ਕਲਰਸ ਹੈ, ਸਾਰੇ ਝੰਡਿਆਂ 'ਚੋਂ ਚੁੱਕੇ ਹੋਏ ਆ, ਤੇ ਸਕਾਰਫ ਬਣਾਇਆ ਹੋਇਆ। ਇਹ ਤੁਸੀਂ ਆਪਣੀ ਇੱਛਾ ਮੁਤਾਬਕ ਬਣਾਇਆ ਜਾਂ ਇੱਥੋਂ ਦੀ ਕੋਈ ਡਰੈਸ ਦੇ ਵਿੱਚ ਸ਼ਾਮਲ?
ਹਾਂ, ਸਾਡੇ 2-4 ਇਸ ਤਰ੍ਹਾਂ ਦੇ ਸਕਾਫ ਹੈਗੇ ਆ ਜਿਹੜੇ ਕਿ ਉਹ ਡਰੈਸ 'ਚ ਹੀ ਸ਼ਾਮਲ ਹੈਗੇ ਆ ਸਾਡੇ। ਐਂਡ ਵੀ ਫੀਲ ਪ੍ਰਾਊਡ ਕਿ ਅਸੀਂ ਇਹਨਾਂ ਨੂੰ ਪਾ ਕੇ ਵੀ ਆਰ ਰਿਪਰੈਜ਼ੈਂਟਿੰਗ ਸਾਰੀ ਕਮਿਊਨਿਟੀਜ਼ ਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ। ਬਹੁਤ ਖੂਬ। ਹਾਂਜੀ। ਮੇਰੀ ਜਾਣਕਾਰੀ 'ਚ ਵਾਧਾ ਕਰੋ ਵੀ ਇੱਕ ਸਧਾਰਨ ਕੁੜੀ ਜਿਹੜੀ ਕਿ ਹੱਲੂਵਾਲ ਪਿੰਡ ਦੇ ਵਿੱਚੋਂ ਆਈ, ਜਿਹੜੀ ਥੋੜਾ ਕੁ ਸਮਾਂ ਪਹਿਲਾਂ ਹੀ ਆਈ, ਜਿਹੜੀ ਥੋੜਾ ਕੁ ਸਮਾਂ ਪਹਿਲਾਂ ਹੀ ਪੱਕੀ ਵਾਸੀ ਬਣੀ, ਸਿਟੀਜ਼ਨਸ਼ਿਪ ਮਿਲੀ ਜਿਹਨੂੰ 15 'ਚ ਮੇਰਾ ਖਿਆਲ ਨਹੀਂ, ਉਹ 17 'ਚ 17 ਦੇ ਵਿੱਚ ਮਿਲ ਗਈ। ਹਾਂਜੀ। ਤੇ ਉਹ ਕਾਉਂਸਲਰ ਬਣ ਗਈ 17 ਤੋਂ ਬਾਅਦ 22, ਹਾਲੇ ਤਾਂ ਵਰੇ ਹੀ ਸਾਰੇ 4-5 ਹੋਏ ਆ। ਇਹ ਸਾਰਾ ਕੁਝ ਕਿਵੇਂ ਹੋ ਗਿਆ, ਚਮਤਕਾਰ ਕਿਵੇਂ ਹੋ ਗਿਆ ਇੱਥੇ? ਟੈਨਾ ਸਾਹਿਬ, ਪਹਿਲੇ ਤਾਂ ਮੈਂ ਸਿਰਫ ਘੁੰਮਣੀ 2-4 ਵਾਰ ਆਈ ਇੱਥੇ ਆਸਟ੍ਰੇਲੀਆ ਦੇ ਵਿੱਚ, ਕਿਉਂਕਿ ਮੇਰਾ ਬੇਟਾ ਆ ਗਿਆ ਸੀ ਪਹਿਲੇ ਤੇ ਸਟੱਡੀ ਵੀਜ਼ਾ ਤੇ। ਉਹ ਜਦੋਂ ਮੈਂ ਆਈ ਤੇ ਇੱਥੇ ਦੀ ਬੜੀ ਸ਼ਾਂਤ ਜੀ ਲਾਈਫ ਔਰ ਬੜੀ ਆਰਗੇਨਾਈਜ਼ਡ ਜੀ ਲਾਈਫ ਦੇਖ ਕੇ ਹਰ ਵਾਰੀ ਮੇਰਾ ਮਨ ਹੁੰਦਾ ਸੀ ਕਿ ਮੈਂ ਇੱਥੇ ਸੈਟਲ ਹੋ ਜਾ। ਅੱਛਾ। ਤੇ ਉੱਥੇ ਵੀ ਮੈਂ ਅੱਛੀ ਪੋਜੀਸ਼ਨ ਤੇ ਸੀ, ਪ੍ਰਿੰਸੀਪਲ ਸੀ CBSE ਸਕੂਲਸ ਦੀ, ਉਹ ਵੀ ਅੱਛਾ ਸੀ। ਤੇ ਬੇਟਾ ਤਾਂ ਕਹਿੰਦਾ ਸੀ ਕਿ ਤੁਸੀਂ ਉੱਥੇ ਜਾ ਕੇ ਸੈਟਲ ਨਹੀਂ ਹੋ ਸਕਦੇ, ਕਿ ਤੁਸੀਂ ਕਰੋਗੇ ਕੀ ਉੱਥੇ ਜਾ ਕੇ। ਫਿਰ ਵੀ ਮੈਂ ਇੱਕ ਵਾਰ ਮਨ ਬਣਾ ਲਿਆ। ਮੈਂ ਕਿਹਾ ਨਹੀਂ, ਮੈਂ ਇੱਥੇ ਇਹ ਕੰਟਰੀ ਅੱਛੀ ਲੱਗੀ ਮੈਨੂੰ ਤੇ ਮੈਂ ਇੱਥੇ ਆਉਣਾ ਹੈ। ਤਾਂ ਫਿਰ ਕੰਟਰੀਬਿਊਟਿਵ ਪੇਰੈਂਟ ਕਰਕੇ ਤੇ ਮੈਂ ਆ ਗਈ ਤੇ 2014 ਦੇ ਵਿੱਚ ਮੈਂ ਐਜ਼ ਅ PR ਹੋਈ। ਅੱਛਾ। ਇੱਥੇ 14 'ਚ ਜਦੋਂ ਮੈਂ ਆਈ ਤੇ ਉਦੋਂ ਕਹਿ ਲਓ ਕਿ ਤੁਹਾਨੂੰ ਸਮਾਜ ਵਿੱਚ ਕੋਈ ਨਾ ਕੋਈ ਮੈਂਟਰਸ਼ਿਪ ਤਾਂ ਚਾਹੀਦੀ ਕਿਧਰੋਂ, ਹੈ ਨਾ ਜੀ। ਸਹੀ। ਤੇ ਉਹ ਮੈਨੂੰ, ਮੈਂ ਕਿਹਾ ਸੋਸ਼ਲਾਈਜ਼ ਕਿਵੇਂ ਕੀਤਾ ਜਾਏ। ਤੇ ਉਹਦੇ ਸੋਸ਼ਲਾਈਜੇਸ਼ਨ ਦੇ ਵਿੱਚ ਫਿਰ ਮੈਂ ਕਿਹਾ ਇੱਥੇ ਦੀ ਪੋਲਿਟਿਕਸ ਦੇਖੀ ਥੋੜੀ ਜੀ। ਇੱਕ ਲੇਬਰ ਪਾਰਟੀ ਆ, ਇੱਕ ਲਿਬਰਲ ਪਾਰਟੀ ਹੈ, ਤੇ ਸਭ ਕਿਸੇ ਨੇ ਸਲਾਹ ਦਿੱਤੀ ਕਿ ਬੈਟਰ ਹੈ ਸੋਸ਼ਲਾਈਜ਼ ਕਰਨਾ, ਇਹਦਾ ਕੋਈ ਪਾਰਟੀ ਜੁਆਇਨ ਕਰ ਲਓ। ਅੱਛਾ। ਐਵਰੀ ਮੰਥ ਜਾਓਗੇ, ਮੀਟਿੰਗ ਹੋਣਗੀਆਂ, ਨਾਲੇ ਚਾਹ ਪਕੌੜੇ ਖਾਓਗੇ ਤੇ ਆ ਜਾਓਗੇ। ਹਾਂ। ਮੈਂ ਕਿਹਾ ਇਹ ਮਸਲਾ ਨਾਲੇ ਇੱਥੇ ਦੇ ਪਕੌੜਿਆਂ ਦਾ। ਚਾਹ ਮਤਲਬ ਟੀ ਵਗੈਰਾ ਤਾਂ ਸਭ ਜਗ੍ਹਾ ਹੁੰਦੀ। ਫਿਰ ਨਾ ਮੈਂ ਜਿੱਥੇ ਜੁਆਇਨ ਕੀਤਾ ਗ੍ਰੈਨਵਿਲ ਬ੍ਰਾਂਚ ਸੀ। ਅੱਛਾ ਜੀ। ਉੱਥੇ ਜਦੋਂ ਆ ਕੇ ਪਹਿਲੇ ਰਹੀ ਆਈ ਮੈਂ ਸਿਡਨੀ 'ਚ, ਤੇ ਉਹ ਜੁਆਇਨ ਕਰ ਲਈ ਤੇ ਐਵਰੀ ਮੰਥ ਜਾਂਦੇ ਸੀ। ਫਿਰ ਉੱਥੋਂ ਦੇਖਣ ਲੱਗੇ ਕੀ ਕਰਦੇ ਕੀ ਹੈਗੇ ਆ, ਕਿ ਮੀਟਿੰਗਸ ਦੇ ਵਿੱਚ ਕੀ ਕਰਦੇ ਆ, ਕਿਵੇਂ ਮੋਸ਼ਨ ਕਿੱਥੇ ਜਾਂਦੇ ਆ ਤੇ ਕਿੱਧਰ ਅੱਗੇ ਪਾਰਲੀਮੈਂਟ ਤੱਕ ਕਿਵੇਂ ਪਹੁੰਚਦੀ ਹੈ ਇੱਕ ਆਮ ਬੰਦੇ ਦੀ ਗੱਲ। ਤੇ ਫਿਰ ਉਹ ਮੇਰਾ ਇੰਟਰਸਟ ਥੋੜਾ ਦੇਖ ਕੇ ਤੇ ਇੱਥੇ ਦੇ ਜਿਹੜੀ ਉਹ ਸਬ ਕੰਟੀਨੈਂਟ ਕਮਿਊਨਿਟੀ ਸੀ, ਉਹਨਾਂ ਨੇ ਮੈਨੂੰ ਵੂਮਨ ਵਿੰਗ ਦਾ ਪ੍ਰਧਾਨ ਬਣਾਤਾ। ਅੱਛਾ ਜੀ। ਤੇ ਹੌਲੀ ਹੌਲੀ ਉਹ ਹਰ ਇਵੈਂਟ ਤੇ ਜਾਣਾ, ਕੋਈ ਵੀ ਉਹਨਾਂ ਦਾ ਪਾਰਟੀ ਦਾ ਇਵੈਂਟ ਹੋ ਰਿਹਾ, ਸੋ ਮੈਂ ਉਹ ਛੱਡਿਆ ਨਹੀਂ। ਟਾਈਮ, ਮਨੀ, એનર્ਜੀ ਸਭ ਕੁਝ। ਤੇ ਪਾਰਟੀ ਕਿਹੜੀ ਚੁਣੀ ਤੁਸੀਂ? ਲੇਬਰ। ਤੇ ਉਸ ਤਰ੍ਹਾਂ ਕਰਦੇ ਕਰਦੇ ਫਿਰ ਮੈਨੂੰ ਚੈਲੰਜਸ ਤੇ ਸੀ। ਦੇਖੋ ਤੁਸੀਂ ਜੌਬ ਵੀ ਕਰਨਾ ਹੈ, ਫਿਰ ਤੁਸੀਂ ਉਹ ਇਹਨਾਂ ਦੇ ਪਾਰਟੀ ਦੇ ਇਵੈਂਟਸ। ਜੌਬ ਕਿਹੜੀ ਸ਼ੁਰੂ ਕੀਤੀ? ਅੱਛਾ ਹਾਂ, ਜੌਬ ਦੀ ਗੱਲ ਦੱਸਾਂ ਕਿ ਉਹ ਵੀ ਮੈਨੂੰ ਜਦੋਂ ਮੈਂ ਸੋਚਿਆ ਜੇ ਸਕੂਲ ਤੋਂ ਸ਼ੁਰੂ ਕਰਾਂਗੀ, ਫਿਰ ਤੋਂ ਮੈਂ ਉੱਥੇ ਪ੍ਰਿੰਸੀਪਲ ਸੀ ਤੇ ਮੰਨ ਲਓ ਟੀਚਰ ਵੀ ਸ਼ੁਰੂ ਕਰਦੀ ਹਾਂ, ਇਹ ਉਹ ਬਹੁਤ ਲੰਬਾ ਰਸਤਾ ਹੈ। ਮੈਂ ਫਿਰ ਇਸੇ ਤਰ੍ਹਾਂ ਮੈਨੂੰ ਜਿਹੜਾ ਮੈਂਟਰਸ਼ਿਪ ਦੇ ਵਿੱਚ ਸਲਾਹ ਮਿਲੀ ਕਿ ਤੁਸੀਂ ਵੋਕੇਸ਼ਨਲ ਐਜੂਕੇਸ਼ਨ ਸੈਕਟਰ ਜੁਆਇਨ ਕਰ ਲਓ। ਹੁਣ ਉਹ ਵਾਲਾ ਸੈਕਟਰ ਮੇਰੇ ਲਈ ਟੋਟਲੀ ਨਵਾਂ ਸੀ, ਤੇ ਜਿਹੜੇ ਕੋਈ ਜਾਣਕਾਰ ਸੀ ਉਹਨਾਂ ਨੂੰ ਮਿਲੇ ਤਾਂ ਉਹ ਕਹਿੰਦੇ ਕਿ ਸਾਡਾ ਕਾਲਜ ਇਸ ਤਰ੍ਹਾਂ ਚੱਲਦੇ ਆ, ਇੱਥੇ ਓਵਰਸੀ ਜਿਹੜੇ ਸਟੂਡੈਂਟ ਆਉਂਦੇ ਆ, ਇਹਨਾਂ ਨੂੰ ਤੁਸੀਂ ਪੜ੍ਹਾਓਗੇ ਕਿ ਮੈਨੇਜ ਕਰੋਗੇ, ਤੁਸੀਂ ਦੱਸੋ। ਮੈਂ ਕਿਹਾ ਤੁਸੀਂ ਪਹਿਲੇ ਮੇਰੇ ਸਕਿੱਲਸ ਦੇਖ ਲਓ ਕਿ ਮੈਂ ਕੀ ਕਰ ਸਕਦੀ। ਫਿਰ ਉਹਨਾਂ ਨੇ ਸਲਾਹ ਦਿੱਤੀ ਕਿ ਤੁਸੀਂ ਇਹ ਸਮਝੋਗੇ ਨਹੀਂ ਇਹ ਸੈਕਟਰ ਨੂੰ, ਬੈਟਰ ਹੈ ਇੱਕ ਕੋਰਸ ਹੁੰਦਾ TAE 40116 ਟ੍ਰੇਨਰ ਐਂਡ ਅਸੈਸਰ ਦਾ, ਉਹ ਕਰ ਲਓ, ਉਹਦੇ 'ਚ ਸਾਰੀ ਜਾਣਕਾਰੀ ਹੋ ਜਾਏਗੀ। ਮੈਂ ਫਿਰ ਉਹ ਕੋਰਸ ਕੀਤਾ, 3 ਮਹੀਨੇ ਛੁੱਟੀ 'ਤੇ ਆਈ, ਉਦੋਂ ਕੋਰਸ ਕਰਦੀ ਰਹੀ ਉਹ। ਮੈਂ ਉਹਦੇ ਬਾਅਦ ਫਿਰ ਮੈਨੂੰ ਉਹਨਾਂ ਨੇ ਕਹਿਤਾ ਕਿ ਚਲੋ ਇੱਕ ਕਲਾਸ ਤੁਸੀਂ ਪੜ੍ਹਾਓ। ਹੁਣ ਮੈਂ ਸਾਇੰਸ ਸਟੂਡੈਂਟ, MSc ਜ਼ੂਓਲੋਜੀ ਸਾਈਟੋਜੈਨੇਟਿਕ ਸਪੈਸ਼ਲਾਈਜੇਸ਼ਨ ਮੇਰੀ ਪ੍ਰਿੰਸੀਪਲੀ ਕੀਤੀ ਹੋਈ। ਹੁਣ ਮੈਂ ਉਹ ਬਿਜ਼ਨਸ ਦਾ ਕੋਰਸ ਪੜ੍ਹਾ ਰਹੀ ਸੀ। ਅੱਛਾ। Cert 3 ਬਿਜ਼ਨਸ। ਬੜੀ ਇੰਟਰਸਟਿੰਗ ਸੀ। ਫਿਰ ਉਹ ਥੋੜ੍ਹੇ ਦਿਨ ਪੜ੍ਹਾਇਆ ਜਦੋਂ ਮੈਂ, ਤੇ ਫਿਰ ਉਹਦੇ ਬਾਅਦ ਉਹ ਕਹਿੰਦੇ ਕਿ ਨਹੀਂ ਤੁਹਾਡੇ ਨਾ ਮੈਨੇਜਿੰਗ ਸਕਿੱਲਸ ਜ਼ਿਆਦਾ ਬੈਟਰ ਹੈ, ਤੁਸੀਂ ਪ੍ਰਿੰਸੀਪਲ ਹੀ ਬਣ ਜਾਓ, ਤੇ ਮੇਰੇ ਜਿਹੜੇ ਜਿੰਨੇ ਕਾਲਜ ਆ ਉਹ ਸੰਭਾਲੋ ਸਾਰੀ। ਤੇ ਫਿਰ ਆਪਾਂ ਸੰਭਾਲ ਲਈ, ਪ੍ਰਿੰਸੀਪਲ ਬਣ ਗਿਆ। ਅੱਛਾ। 2014 ਚ ਹਾਂਜੀ ਪ੍ਰਿੰਸੀਪਲ ਬਣ ਗਿਆ। ਇੱਕ ਕੁੜੀ ਜਿਹੜੀ ਇੱਥੇ ਪਹੁੰਚੀ, ਇੱਕ ਬੀਬੀ ਇੱਥੇ ਪਹੁੰਚੀ,
ਉਹਨੇ ਚਲੋ ਸਮਾਜ ਸੇਵਾ ਦੇ ਤੌਰ ਦੇ ਉੱਤੇ ਜਾਂ ਕਹਿ ਲਈਏ ਵੀ ਥੋੜਾ ਜਿਹਾ ਸੋਸ਼ਲ ਵਰਕਰ ਦੇ ਤੌਰ ਦੇ ਉੱਤੇ ਵਿਚਰਨਾ ਸ਼ੁਰੂ ਕੀਤਾ। ਹਾਂਜੀ। ਉਸ ਤੋਂ ਬਾਅਦ ਉਹਦਾ ਕਾਉਂਸਲਰ ਤੱਕ ਦਾ ਸਫ਼ਰ ਕਿਵੇਂ ਰਿਹਾ? ਇਹ ਕੋਈ ਸੌਖਾ ਨਹੀਂਗਾ। ਸਾਡੇ ਤਾਂ ਬੜਾ ਕੁਝ ਚੱਲ ਜਾਂਦਾ ਉੱਥੇ ਪੰਜਾਬ 'ਚ, ਜਿੱਥੋਂ ਤੁਸੀਂ ਵੀ ਆਏ ਆ, ਵੀ ਐ ਨਹੀਂ ਤਾਂ ਕੋਕੇ ਐ ਕਦੀ ਸੋਚਿਆ ਵੀ ਨਹੀਂ ਜੀ। ਹਾਂ, ਕਦੀ ਸੋਚਿਆ ਵੀ ਨਹੀਂ ਸੀ ਉੱਥੇ ਇੰਡੀਆ 'ਚ ਪੋਲਿਟਿਕਸ ਵਾਲੇ ਪਾਸੇ ਹੈ ਕਿ ਉਹਦਾ ਮਨ ਦੇ ਵਿੱਚ ਹੈ ਵੀ ਜੇ ਕਿਤੇ ਉੱਥੇ ਹੁੰਦੇ ਕਾਉਂਸਲਰ ਬਣ ਜਾਂਦੇ। ਨਾ 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 ਉਹ ਵੀ ਮੁਸ਼ਕਿਲ ਸੀ ਮੈਨੂੰ ਲੱਗਦਾ ਉੱਥੇ। ਮੇਰਾ ਰੁਝਾਨ ਜ਼ਿਆਦਾ ਐਜੂਕੇਸ਼ਨ ਵੱਲ ਰਿਹਾ। ਤੇ ਪਰ ਉਹ ਪੋਲਿਟਿਕਸ ਉੱਥੇ ਦੀ ਦੇਖ ਕੇ ਸਾਰਾ ਕੁਝ ਜੋ ਵੀ ਅਸੀਂ ਦੇਖੀਦਾ ਸੀ, ਅਸੀਂ ਕਿਹਾ ਉਹ ਉੱਥੇ ਤਾਂ ਆਈ ਥਿੰਕ ਮੈਨੂੰ ਲੱਗਦਾ ਜੇ ਤੁਹਾਡੇ ਬੈਗ ਭਾਰੇ ਆ ਤੇ ਫਿਰ ਤੁਸੀਂ ਚੱਲੋ ਅੱਗੇ ਉਧਰ ਪਾਸੇ। ਤੇ ਇਹ ਚੀਜ਼ ਅੱਛਾ ਉਹ ਸਫ਼ਰ ਦੇ ਵਿੱਚ ਇਸ ਤਰ੍ਹਾਂ ਹੈ ਕਿ ਮੈਂ ਜਦੋਂ ਪਾਰਟੀ ਜੁਆਇਨ ਕੀਤੀ ਇੰਨੇ ਸਾਲਾਂ ਤੋਂ, ਬ੍ਰਾਂਚਿਸ ਜੁਆਇਨ ਕੀਤੀਆਂ ਹੋਈਆਂ, ਸਾਰਾ ਕੁਝ ਕੀਤਾ ਹੋਇਆ, ਉਹਨਾਂ ਦਾ ਵੇਜ਼ ਆਊਟ ਤਾਂ ਪਤਾ ਚੱਲਦੀ ਹੈ ਕਿ ਤੁਸੀਂ ਕਿਸ ਤਰ੍ਹਾਂ ਕਰਨਾ ਹੈ। ਤੇ ਇਹ ਸਾਡੇ ਮੈਂਟਰ ਹੈਗੇ ਇੱਕ ਪ੍ਰਭਜੋਤ ਸੰਧੂ ਜਿਹੜੇ ਹੈਗੇ ਆ, ਉਹਨਾਂ ਨੇ ਵੈਸੇ ਇਹ ਕਹਿ ਲਓ ਸਾਡੇ ਐਡਵਾਈਜ਼ਰ ਹੀ ਹੈ, ਸਾਡੀ ਫੈਮਿਲੀ ਦੇ ਐਡਵਾਈਜ਼ਰ ਹੀ ਹੈ। ਉਹਨਾਂ ਸਭ ਕੁਝ ਪ੍ਰੋਪਰ ਸਟੈਪ 'ਤੇ ਅਸੀਂ ਕੁਝ ਵੀ ਇੱਥੇ ਲੈਣਾ ਵੀ ਹੁੰਦਾ ਸੀ ਨਾ ਕੁਝ ਵੀ ਤਾਂ ਫੋਨ ਕਰਕੇ ਪੁੱਛ ਲਈਦਾ ਸੀ ਕਿੱਥੇ ਬੈਟਰ ਹੈ, ਕੀ ਬੈਟਰ ਹੈ। ਸੋ ਇਸ ਤਰ੍ਹਾਂ ਉਹਨਾਂ ਨੇ ਐਡਵਾਈਸ ਕੀਤਾ ਸੀ ਕਿ ਤੁਸੀਂ ਇਸ ਪਾਸੇ ਚੱਲ ਪਓ। ਅਤੇ ਮਨਿੰਦਰ ਜੀ ਹੈਗੇ ਆ, ਸੁਖਜਿੰਦਰ ਭਾਜੀ, ਸਾਰੇ ਜਿਹੜੇ ਗਿਲਨ ਇਹ ਬ੍ਰਾਂਚ ਦੇ, ਫਿਰ ਸਾਰਿਆਂ ਨੇ ਸਪੋਰਟ ਕੀਤੀ ਆ ਮੈਨੂੰ। ਤੁਸੀਂ 3 ਭਾਰਤੀ ਕਾਉਂਸਲਰ ਹੋ, 2 ਪੰਜਾਬੀ, ਤੇ ਜਿਹੜੇ ਤੀਜੇ ਸਾਹਿਬ ਨੇ ਉਹ ਕੌਣ ਨੇ ਤੇ ਕਿਹੜੇ ਸੂਬੇ ਤੋਂ ਆ? ਉਹ ਹੈਗੇ ਜੀ ਸਾਊਥ ਇੰਡੀਆ ਤੋਂ। ਅੱਛਾ। ਹਾਂਜੀ, ਬੈਂਜਾਮਿਨ ਸਾਹਿਬ। ਸਾਈ ਬੈਂਜਾਮਿਨ। ਹਾਂਜੀ। ਅੱਛਾ, ਅੱਜ ਛੁੱਟੀ ਤੇ ਨੇ? ਨਹੀਂ, ਇਸ ਵੇਲੇ ਕਾਉਂਸਲ ਨਹੀਂ ਨਾ ਲੱਗ ਰਹੀ। ਹਾਂ, ਸਾਡੀ ਕਾਉਂਸਲਰ ਜਿਸ ਤਰ੍ਹਾਂ ਐਵਰੀ ਵੈਡਨਸਡੇ ਹੁੰਦੀ ਹੈ ਮੀਟਿੰਗਸ, ਤੇ ਉਸ ਵੇਲੇ ਆਉਂਦੇ ਆ, ਹਾਜ਼ਰ ਹੁੰਦੇ ਆ। ਅੱਛਾ, ਜਦੋਂ ਵੀ ਮੀਟਿੰਗ ਹੁੰਦੀ ਹੈ ਜੀ। ਇੱਕ ਮੈਨੂੰ ਦੱਸੋ ਕਿ ਇੱਥੇ ਹੁਣ ਮੇਰਾ ਖਿਆਲ ਵੀ ਲਗਭਗ ਬਲੈਕ ਟਾਊਨ ਦੀ ਜਾਂ ਸਿਡਨੀ ਦੀ 4 ਲੱਖ ਦੀ ਆਬਾਦੀ ਹੈ। ਹਾਂਜੀ, 4,10,000 ਸਿਡਨੀ ਦੀ, ਨਹੀਂ ਬਲੈਕ ਟਾਊਨ ਸਿਟੀ ਦੀ। ਤੇ ਉਹਦੇ ਵਿੱਚ ਮੈਂ ਸੁਣਿਆ ਵੀ 40 ਕਿ 45 ਹਜ਼ਾਰ ਪੰਜਾਬੀ ਹੈ। ਹਾਂਜੀ। ਉਹਨਾਂ ਪੰਜਾਬੀਆਂ ਦੇ ਮਨ ਦੇ ਵਿੱਚ ਕੀ ਬਲਬਲੇ ਆ? ਉਹ ਪੰਜਾਬ ਤੋਂ ਆਏ ਆ, ਕੋਈ 10 ਸਾਲ ਪਹਿਲਾਂ ਆਇਆ, ਕੋਈ 5 ਸਾਲ ਪਹਿਲਾਂ ਆਇਆ, ਕੋਈ ਹੁਣੇ ਆਇਆ, ਕੋਈ ਪੱਕਾ ਹੋ ਗਿਆ, ਕੋਈ ਕੱਚਾ ਹੀ ਆ, ਕੋਈ ਸੰਘਰਸ਼ ਕਰ ਰਿਹਾ, ਕਿਸੇ ਦਾ ਸੰਘਰਸ਼ ਥੋੜਾ ਜਿਹਾ ਮੁੱਕ ਗਿਆ। ਉਹ ਫਿਰ ਤੁਹਾਡੇ ਕੋਲੇ ਕਿਹੋ ਜਿਹੇ ਮਸਲੇ ਲੈ ਕੇ ਆਉਂਦੇ ਜਾਂ ਤੁਸੀਂ ਉਹਨਾਂ ਤੱਕ ਕਿਵੇਂ ਪਹੁੰਚ ਕਰਦੇ ਆ? ਉਹ ਤਾਂ ਜਦੋਂ ਅਸੀਂ ਹੁਣ ਕਾਉਂਸਲ ਦੇ ਵਿੱਚ ਵੀ ਸਾਡੀ ਨਾ ਵੈਬਸਾਈਟ ਦੇ ਉੱਪਰ ਸਾਰਾ ਕੁਝ ਹੈ, ਸਾਡੇ ਨੰਬਰ ਹੈ, ਸਾਡੀ ਈਮੇਲਸ ਹੈ, ਸਾਰਾ ਕੁਝ ਹੈਗੀ ਹੈ। ਸਭ ਤੋਂ ਪਹਿਲੇ ਤਾਂ ਮੈਨੂੰ ਕਾਲ ਕਰਕੇ ਉਹਨਾਂ ਨੇ ਵੋਟਾਂ ਬਹੁਤ ਪਾਤੀਆਂ। ਆਈ ਐਮ ਵੈਰੀ ਥੈਂਕਫੁਲ ਟੂ ਦੈਮ ਕਿ ਉਹਨਾਂ ਨੇ ਇੱਕ ਸਮਝਿਆ ਇੱਕ ਕਨੈਕਸ਼ਨ ਕਿ ਇਹ ਅਸੀਂ, ਔਰ ਇਹ ਉਸ ਕਨੈਕਸ਼ਨ ਦੇ ਥਰੂ ਉਹਨਾਂ ਨੂੰ ਲੱਗਦਾ ਕਿ ਅਸੀਂ ਇਹਦੇ ਨਾਲ ਈਜ਼ੀਲੀ ਗੱਲ ਕਰ ਸਕਦੇ। ਫਿਰ ਉਹ ਕੋਈ ਮਸਲਾ ਹੁੰਦਾ ਹੈ ਕਿਧਰੇ ਵੀ, ਅਸੀਂ ਉਹ ਫੋਨ ਵੀ ਕਰ ਦਿੰਦੇ ਆ, ਡਾਇਰੈਕਟ ਫੋਨ ਵੀ ਅਗਰ ਕਰ ਦਿੰਦੇ ਆ ਅਸੀਂ, ਕੋਈ ਵੀ ਉਹਨਾਂ ਦਾ ਇਸ਼ੂ ਹੈ, ਸਿੱਧਾ CEO ਨੂੰ ਡਾਇਰੈਕਟ ਕਰੀਦਾ। ਉਹ ਅੱਗੇ ਸਟਾਫ ਨੂੰ ਕਹਿ ਦਿੰਦੇ ਆ ਕਿ ਇਸ਼ੂ, ਸਾਨੂੰ ਫਿਰ ਵਾਪਸ ਈਮੇਲ ਆ ਜਾਂਦੀ ਹੈ ਕਿ ਦਿਸ ਵਿਲ ਬੀ ਡਨ ਇਨ ਦਿਸ ਮਚ ਟਾਈਮ। ਫਿਰ ਈਮੇਲ ਦੇ ਥਰੂ ਕੰਟੈਕਟ ਕਰਦੇ ਆ ਸਾਨੂੰ, ਜਾਂ ਅਸੀਂ ਵਿਚਰਦੇ ਆ ਉਹਨਾਂ ਦੇ ਵਿੱਚ, ਕਿਉਂਕਿ ਇਵੈਂਟਸ 'ਤੇ ਜਾਂਦੇ ਆ, ਸਭ ਜਗ੍ਹਾ ਜਾਂਦੇ ਆ, ਅਤੇ ਈਵਨ ਬੋਲ ਕੇ ਕਿਸੇ ਨੇ ਦੱਸਤਾ ਉਹ ਅਸੀਂ ਨੋਟ ਕਰ ਲਈਦਾ, ਉਹਨਾਂ ਨੂੰ ਦੱਸ ਦਈਦਾ। ਅਤੇ ਇਸ ਤਰ੍ਹਾਂ ਉਹਨਾਂ ਦੇ ਮਸਲੇ ਹੱਲ ਹੁੰਦੇ ਆ। ਮਸਲੇ ਚੈਲੰਜਿਸ ਤਾਂ ਦੇਖੋ ਜਦੋਂ ਇੱਕ ਆ ਜਾਂਦਾ ਇਸ ਕੰਟਰੀ ਦੇ ਵਿੱਚ, ਜਿੱਦੇ ਵੀ ਵੈਸਟਰਨ ਕੰਟਰੀਜ਼ ਹੈ, ਕਾਫੀ ਚੈਲੰਜਿਸ 'ਚੋਂ ਗੁਜ਼ਰਨਾ ਪੈਂਦਾ। ਅਤੇ ਉਹ ਮਸਲੇ ਤਾਂ ਕਈ ਹੋ ਜਾਂਦੇ ਆ। ਕਈ ਤਾਂ ਹੁਣ ਮਸਲਾ ਹੈ ਕਿ ਮੇਰੇ ਘਰ ਦੇ ਅੱਗੇ ਟਰੀ ਲੱਗਿਆ, ਇਹਨੂੰ ਕਟਵਾ ਦਿਓ। ਅੱਛਾ। ਕਾਉਂਸਲ ਕਹਿੰਦੇ ਨਹੀਂ ਕੱਟ ਸਕਦੇ ਅਸੀਂ, ਨਿਯਮਾਂ ਦੇ ਮੁਤਾਬਕ ਨਹੀਂ। ਨਿਯਮਾਂ ਦੇ ਮੁਤਾਬਕ ਅਗਰ ਟਰੀ ਹੈਲਦੀ ਹੈ ਜਾਂ ਕੁਛ ਹੈਗਾ, ਨਹੀਂ ਕੱਟ ਸਕਦੇ ਉਹਨੂੰ। ਤੇ ਫਿਰ ਤੁਸੀਂ ਕਟਵਾ ਦਿੰਦੇ ਕਿ ਨਹੀਂ? ਨਹੀਂ, ਜੋ ਬੈਸਟ ਹੈ, ਜੋ ਬੈਸਟ ਹੈ ਇਨਵਾਇਰਨਮੈਂਟ ਲਈ ਵੀ, ਔਰ ਉਹ ਵੀ, ਔਰ ਉਸ ਨੂੰ ਦੀ ਪ੍ਰੂਨਿੰਗ ਕਰਵਾ ਦਿਓ ਜਾਂ ਕੁਛ ਕਰਵਾ ਦਿਓ, ਤਾਂ ਕਿ ਉਹ ਵੀ ਸੈਟਿਸਫਾਈ ਅਤੇ ਕਾਉਂਸਲ ਵੀ ਸੈਟਿਸਫਾਈ ਹੋ ਜਾਏ। ਐਂਡ ਕਈ ਵਾਰ ਹੁਣ ਅਸੀਂ ਗਲੈਨਵੁੱਡ 'ਚ ਜਿਸ ਤਰ੍ਹਾਂ ਸੋਚਦੇ ਹਾਂ ਕਿ ਅਸੀਂ, ਸਾਡਾ ਬਾਸਕਟਬਾਲ ਦਾ ਹੋਣਾ ਚਾਹੀਦਾ ਸਪੋਰਟ, ਸੋ ਆਫ ਕੋਰਸ ਉਹ ਫਿਰ ਅਸੀਂ ਅੱਗੇ ਮੀਟਿੰਗਸ 'ਚ ਰੱਖੀਦਾ। ਫਿਰ ਉਹ ਅੱਗੇ ਪਾਸ ਔਨ ਹੁੰਦਾ ਹੈ, ਪਾਸ ਔਨ ਹੋ ਕੇ ਫਿਰ ਉਹਦੇ 'ਤੇ ਐਕਸ਼ਨ ਹੁੰਦਾ, ਬਜਟਿੰਗ ਹੁੰਦੀ ਹੈ, ਦੈਨ ਐਕਸ਼ਨ ਹੁੰਦਾ। ਪਰ ਮੈਂ ਨਾ ਇੱਥੇ ਜਿੰਨੇ ਦਿਨਾਂ ਤੋਂ ਆਇਆ, ਮੈਂ ਬੜਾ ਕੁਝ ਮਹਿਸੂਸ ਕਰ ਰਿਹਾ ਜਦੋਂ ਮੈਂ ਪੰਜਾਬ ਦੇ ਵਿੱਚ ਤੁਲਨਾ ਕਰਦਾ। ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਅਸੀਂ ਉੱਥੇ ਹਰ ਰੋਜ਼ ਪੜ੍ਹਦੇ ਆ। ਸਾਡੇ ਮਨ ਦੇ ਵਿੱਚ ਇਹ ਗੱਲਾਂ ਵਸੀਆਂ ਹੋਈਆਂ ਵੀ ਅਸੀਂ ਵਾਤਾਵਰਨ ਦਾ ਘਾਣ ਨਹੀਂ ਕਰਨਾ, ਕੁਦਰਤ ਦੇ ਪ੍ਰੇਮੀ ਬਣਨਾ, ਆਸ਼ਕ ਬਣਨਾ। ਪਰ ਉੱਥੇ ਕਹਿਣੀ ਹੈ, ਕਰਦੇ ਨਹੀਂ ਅਸੀਂ।
ਨਾ ਕਰਦੇ ਦਰਖਤ ਲੱਗਾ ਹੋਵੇ ਤੁਹਾਨੂੰ ਪੁੱਛਣ ਦੀ ਕੀ ਲੋੜ ਆ? ਨਾ। ਮੇਰਾ ਦਰਖਤ ਪੱਟਤਾ, ਪੱਟਦਾ ਜੀ ਕੀਤਾ ਲਾਉਂਗਾ। ਇਹ ਇੱਥੇ ਨਹੀਂ ਪੱਟ ਸਕਦੇ ਤੁਸੀਂ ਹਾਂ, ਭਾਵੇਂ ਮੇਰਾ ਹੀ ਹੋਵੇ। ਈਵਨ ਹਾਂ ਭਾਵੇਂ ਤੁਹਾਡਾ ਵੀ ਹੈਗਾ, ਮਤਲਬ ਕਿ ਇਸ ਤਰ੍ਹਾਂ ਨਹੀਂ ਤੁਸੀਂ ਪੱਟ ਸਕਦੇ। ਪਾਣੀ ਨੂੰ ਇੱਥੇ ਤੁਸੀਂ ਬੜਾ ਸੰਭਾਲ ਕੇ, ਜਿਹੜੇ ਤੇ ਕਾਉਂਸਲ ਦੇ ਗਰਾਊਂਡ ਦੇ ਅੰਦਰ ਹੈ, ਇੱਕ ਏਰੀਆ ਜਿਹੜਾ ਤੁਹਾਡਾ ਆਪਣਾ ਹੈ, ਇੱਕ ਏਰੀਆ ਜਿਹੜਾ ਕਾਉਂਸਲ ਦਾ। ਕਾਉਂਸਲ ਦੇ ਕਿਸੇ ਦਰਖਤ ਨੂੰ ਤੁਸੀਂ ਨਹੀਂ ਵੱਢ ਸਕਦੇ। ਤੇ ਨਿੱਜੀ ਨੂੰ ਤੁਸੀਂ ਕਰ ਸਕਦੇ ਹੋ, ਪ੍ਰੂਨਿੰਗ ਵਗੈਰਾ ਆਪਣੀ ਜੋ ਵੀ ਜਿਸ ਹਿਸਾਬ ਨਾਲ ਕਰਨੀ ਹੈ। ਹਾਂਜੀ, ਜਾਂ ਉਹਨੇ ਪਿੱਪਲ ਜਦੋਂ ਮਰਜ਼ੀ ਚੱਕ ਦਿਓ। ਮਾੜੀ ਗੱਲ ਆ। ਦੇਖੋ ਗੱਲ ਇਹ ਵੀ ਦਰਖਤਾਂ ਦੀ ਸੰਭਾਲ ਕਰਨੀ ਚਾਹੀਦੀ। ਮੈਨੂੰ ਨਿੱਕੇ ਹੁੰਦੇ ਦੀ ਗੱਲ ਚੇਤੇ ਆ ਜਾਂਦੀ ਹੈ। ਉਹ ਅਸੀਂ ਦੋਵੇਂ ਭੈਣ ਭਰਾ ਖੇਡਦੇ ਨਾ, ਤੇ ਗੁਆਂਢੀਆਂ ਦੇ ਘਰੇ ਗਏ। ਉਹਨਾਂ ਦੇ ਉੱਥੇ ਨਿੰਮ ਸੀ, ਬੜੀ ਕਣਛਾਵੀਂ, ਬੜੀ ਸੰਘਣੀ ਛਾਂ ਵਾਲੀ। ਉਹਦੇ ਥੱਲੇ ਉਹ ਪਾਥੀਆਂ ਪੱਥਦੇ ਹੁੰਦੇ ਸੀ। ਉਹਨਾਂ ਪਾਥੀਆਂ ਦੇ ਉੱਤੇ, ਜਿਹਨੂੰ ਅਸੀਂ ਗਟੋਲੀਆਂ, ਸ਼ਾਇਦ ਤੁਸੀਂ ਨਮੋਲੀਆਂ ਕਹਿੰਦੇ ਹੋਵੋ, ਉਹ ਡਿੱਗਦੀਆਂ। ਉਹ ਪਾਥੀਆਂ ਦੇ ਵਿੱਚ ਫੁੱਟ ਪੈਂਦੇ ਬੂਟੇ। ਫਿਰ ਇੱਕ ਪਾਥੀ ਮੇਰੀ ਭੈਣ ਚੱਕ ਲਈ, ਇੱਕ ਮੈਂ ਚੱਕ ਲਿਆ। ਉਹ ਅਸੀਂ ਲਿਆ ਕੇ ਆਪਦੇ ਘਰੇ ਗੱਡੇ। ਉਹ ਭੈਣ ਵਾਲੀ ਬਰਕੈਨ ਨਿਕਲੀ, ਮੇਰੇ ਵਾਲੀ ਨਿੰਮ ਨਿਕਲੀ। ਤੇ ਉਹ ਹੁਣ ਕਣਛਾਵੇਂ ਆ। ਉਹ ਜਦੋਂ ਦਰਖਤਾਂ ਦੀ ਗੱਲ ਕਰਦਾ, ਮੈਨੂੰ ਉਹਦਾ ਬਚਪਨ ਚੇਤੇ ਆ ਜਾਂਦਾ। ਸਭ ਨੂੰ ਹੀ ਆਉਂਦਾ ਹੋਊਗਾ। ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਜੇਕਰ ਤੁਹਾਡੇ ਦਾਦਾ ਜੀ, ਤੁਹਾਡੀ ਦਾਦੀ ਜੀ, ਤੁਹਾਡੇ ਪਿਤਾ ਜੀ ਜਾਂ ਕੋਈ ਵੀ ਟੱਬਰ ਦਾ ਜੀ ਤੁਰ ਗਿਆ, ਉਹਦੇ ਵੱਲੋਂ ਲਾਏ ਗਏ ਦਰਖਤ ਨੂੰ ਗਲਵਕੜੀ ਪਾ ਕੇ ਦੇਖਿਓ ਕਦੇ। ਤੁਹਾਨੂੰ ਇਉਂ ਲੱਗੂ ਤੁਹਾਡਾ ਦਾਦਾ ਤੁਹਾਨੂੰ ਆਸ਼ੀਰਵਾਦ ਦੇਈ ਜਾਂਦਾ। ਸਹੀ ਗੱਲ ਹੈ। ਤੁਹਾਨੂੰ ਲੱਗੂ ਵੀ ਤੁਸੀਂ ਆਪਣੇ ਬਾਪ ਦੇ ਪੈਰੀਂ ਹੱਥ ਲਾਈ ਜਾਂਦੇ ਆ। ਉਹਨਾਂ ਦੇ ਪਿੰਡੇ ਦੀ ਮਹਿਕ ਆਊਗੀ ਤੁਹਾਨੂੰ। ਬਿਲਕੁਲ। ਇੱਥੇ ਆ ਕੇ ਉੱਥੋਂ ਦੀ ਤੁਲਨਾ ਕਿਵੇਂ ਕਰਦੇ ਹੋ? ਇੱਥੇ ਨਿਯਮ ਹਰ ਬੰਦਾ ਫੋਲੋ ਕਰਦਾ। ਉੱਥੇ ਮੇਰੇ ਵਰਗਾ ਕੁਛ ਨਹੀਂ ਨਿਯਮ ਫੋਲੋ ਕਰਦਾ। ਕੇਲਾ ਖਾਦਾ, ਚੱਲ ਤਾਕੀ ਰਣੀ ਬਾਹਰ, ਛਿਲੜ ਛੱਲੀ ਖਾਦੀ, ਚੱਲ ਬਾਹਰ। ਫਿਰ ਕੀ ਕਰਨਾ ਚਾਹੀਦਾ ਹੁਣ? ਕਿੱਥੇ ਕੀ ਕਰਨਾ ਚਾਹੀਦਾ? ਇਹ ਉੱਥੇ, ਅੱਛਾ, ਇੰਡੀਆ 'ਚ? ਹਾਂ, ਕੱਲੇ ਬੰਦੇ ਦੇ ਲਈ ਇੱਕ ਤਾਂ ਸਰਕਾਰੀ ਨਿਯਮ ਹੁੰਦੇ ਆ ਤੇ ਇੱਕ ਐਜੂਕੇਸ਼ਨ ਹੁੰਦੀ ਹੈ। ਦੋਨੋਂ ਚੀਜ਼ਾਂ ਕਰਨੀ ਦੀ ਲੋੜ ਹੈ। ਨਿਯਮ ਵੀ ਹੋਵੇ ਤੇ ਇੱਥੋਂ ਐਜੂਕੇਸ਼ਨ ਵੀ ਹੋਵੇ, ਸੇਮ ਟਾਈਮ ਤੇ ਸ਼ੁਰੂ ਹੋ ਗਏ। ਉਹਨਾਂ ਨੂੰ ਪਤਾ ਹੋਵੇ ਕਿ ਨਿਯਮ ਲਾਗੂ ਹੋ ਗਿਆ, ਪਰ ਉੱਥੋਂ ਦੀ ਐਜੂਕੇਟ ਵੀ ਕਰੋ ਕਿ ਇਹ ਨਿਯਮ ਇਸ ਲਈ ਲਾਗੂ ਹੋਇਆ ਕਿ ਤੁਸੀਂ ਕਰੋਗੇ ਤਾਂ ਇੱਥੇ ਹੁਣ ਫਾਈਨ ਤੋਂ ਹੀ ਡਰਦੇ ਲੋਕੀ ਨਹੀਂ ਕਰਦੇ। ਉਹਨਾਂ ਨੂੰ ਪਤਾ ਪੈਨਲਟੀ ਪੈ ਜਾਣੀ ਹੈ $1000। ਕਦੇ ਇੱਥੇ ਵੀ ਕੁੰਡੀ ਕੱਢੀ ਲੱਗਦੀ ਕਿ ਨਹੀਂ? ਜਿਹੜੇ ਬਜਟ ਹੁੰਦਾ ਜਿਹੜਾ ਕੌਂਸਲ ਦਾ, ਉੱਥੇ ਤਾਂ ਬਥੇਰਾ ਕੁਛ ਚੱਲਦਾ ਵੀ ਭਾਈ ਜਿਹੜਾ ਕੌਂਸਲਰ ਆ ਉਹਦੇ ਆਪਦੇ ਘਰ ਦੇ ਮੂਹਰੇ ਸੜਕ ਹੈ ਪੂਰੀ ਮਖਮਲੀ, ਬਾਕੀ ਢੱਠੇ ਖੂਚ ਜਾਵੇ ਸਾਰਾ ਸ਼ਹਿਰ। ਨਾ, ਮੈਂ ਤਾਂ ਕੁਝ ਨਹੀਂ ਐਸਾ ਦੇਖਿਆ। ਹਾਂ, ਜਿਹੜੀ ਬਜਟਿੰਗ ਹੁੰਦੀ ਆ, ਸਪੋਜ਼ ਅਸੀਂ ਸਾਡੇ ਕੋਲ ਓਕੇ ਇੰਨਾ ਪੈਸਾ ਆ ਗਿਆ, ਉਹਨੂੰ ਅਸੀਂ 5 ਵਾਰਡਸ ਦੇ ਵਿੱਚ ਇੰਨਾ ਡਿਵਾਈਡ ਕਰਤਾ। ਹਰ ਇੱਕ ਵਾਰਡ ਦੇ ਕਾਉਂਸਲਰਸ ਨੇ ਆਪਣੇ ਆਪਣੇ ਪ੍ਰੋਜੈਕਟ ਦੱਸਣੇ ਆ ਕਿ ਇਹ ਕਿੱਥੇ ਸਪੈਂਡ ਹੋ ਸਕਦਾ, ਕਿੱਥੇ ਨਹੀਂ ਹੋ ਸਕਦਾ। ਉਹ ਜਿਹੜੇ ਪ੍ਰੋਜੈਕਟਸ ਵੀ ਹੈ ਉਹ ਫਿਰ ਇੱਕ ਮੀਟਿੰਗ ਦੇ ਵਿੱਚ ਪਾਸ ਹੁੰਦੇ ਆ। ਉਹਦੇ ਬਾਅਦ ਇਹ ਨਹੀਂ ਕਿ ਅਸੀਂ ਕਾਉਂਸਲਰ ਦੇ ਘਰ ਦੇ ਅੱਗੇ ਉਹਨੇ ਕੁਝ ਕਰ ਲਿਆ ਤੇ ਉਹ ਅੱਗੇ ਪਾਸ ਹੋਣ ਇਸ ਤਰ੍ਹਾਂ ਹੋ ਜਾਏਗਾ ਨਾ। ਉਹ ਸਾਰਿਆਂ ਦੀ ਜਦੋਂ ਕੰਸੈਂਟ ਹੁੰਦਾ, ਸਹਿਮਤੀ ਹੁੰਦੀ ਹੈ, ਫਿਰ ਉਹ ਪ੍ਰੋਜੈਕਟ ਅੱਗੇ ਚੱਲਦਾ। ਨਾ, ਇਸ ਤਰ੍ਹਾਂ ਨਹੀਂ ਹੈਗਾ ਇੱਥੇ। ਅੱਛਾ, ਸਾਡੇ ਤਾਂ ਬਿਲਕੁਲ ਹੀ ਉਲਟਾ। ਸਾਡੇ ਨਾਲ ਇਧਰਲੀ ਸੜਕ ਵੀ ਬਣਾ ਗਏ, ਇਧਰਲੀ ਵੀ ਜਿੱਥੇ ਅਸੀਂ ਰਹਿੰਦੇ ਮੂਹਰੇ ਬਣਾ ਕੇ ਨਹੀਂ ਗਏ। ਮੈਂ ਕਿਹਾ ਵੀ ਰੌਲਾ ਕੀ ਹੈ? ਕਦੇ ਵੈਸੇ ਹੀ ਤੁਸੀਂ ਮੰਨੋਗੇ ਨਹੀਂ, ਜਿੱਥੇ ਮੇਰੇ ਡੈਡੀ ਦਾ ਫਾਰਮ ਹੈਗਾ ਉੱਥੇ ਹੱਲੂਵਾਲ 'ਚ, ਉੱਥੋਂ ਲੈ ਕੇ ਅਸੀਂ ਹੱਲੂਵਾਲ ਦਾ ਪਿੰਡ ਜਿੱਥੇ ਹੁੰਦਾ, ਉਹ ਥੋੜ੍ਹਾ ਜਿਹਾ ਕਿਲੋਮੀਟਰ ਦਾ ਏਰੀਆ ਹੈਗਾ, ਉਹਦੀ ਸੜਕ ਨਹੀਂ ਬਣਾ ਪਾਏ। ਸਾਨੂੰ 50 ਸਾਲ ਹੋ ਗਏ, ਉਹਦੀ ਸੜਕ ਨਹੀਂ ਬਣਾ ਪਾਏ ਸੀ। ਸਾਨੂੰ ਜੜ੍ਹਾਂ ਨਾਲ ਜੋੜ ਕੇ ਰੱਖਦੇ ਫਿਰ। ਕਹਿੰਦੇ ਨਹੀਂ, ਆਪਦਾ ਅਤੀਤ ਨਹੀਂ ਭੁੱਲਣਾ, ਆਪਾਂ ਕੱਚੀਆਂ ਪਈਆਂ ਵਾਲੇ ਆ। ਨਾ, ਭੁੱਲਣ ਨਹੀਂ ਦਿੰਦੇ। ਹਾਂਜੀ। ਇੱਥੇ ਫਿਰ ਇੱਕ ਵਿਦਿਆਰਥੀ ਦੇ ਤੌਰ ਦੇ ਉੱਤੇ ਜਦੋਂ ਵੀ ਕੋਈ ਆਉਂਦਾ, ਤੁਸੀਂ ਤਾਂ ਬਹੁਤ ਸਾਰੇ ਲੋਕਾਂ ਨੂੰ ਹਰ ਰੋਜ਼ ਮਿਲਦੇ ਆ, ਦੇਖਦੇ ਆ। ਇੱਕ ਵਿਦਿਆਰਥੀ ਦੇ ਤੌਰ ਦੇ ਉੱਤੇ ਆਉਣ ਵਾਲੇ ਦੇ ਕਿਹੋ ਜਿਹੇ ਸੰਘਰਸ਼ ਆ, ਕਿੰਨੀਆਂ ਕੁ ਚੁਣੌਤੀਆਂ ਉਹਨੂੰ? ਉਹ ਤਾਂ ਸਟੂਡੈਂਟ ਲਾਈਫ ਤਾਂ ਬਹੁਤ ਜ਼ਿਆਦਾ ਚੁਣੌਤੀ ਹੈ। ਜਦੋਂ ਆਉਣਾ ਉਹਨੂੰ ਸਿਰਫ 20 ਘੰਟੇ ਦੀ ਪੜ੍ਹਾਈ ਕਰਨੀ, ਤੇ ਉਹਦੇ ਬਾਅਦ 20 ਘੰਟੇ ਉਹਨੂੰ ਹੈਗੇ ਆ ਜਿਹੜੇ ਉਹਦੇ ਵਿੱਚੋਂ ਜੌਬ ਕਰ ਸਕਦਾ। ਤੇ ਜਨਰਲੀ ਸਾਡੇ ਆਪਣੇ ਬੱਚੇ ਆਉਂਦੇ ਆ, ਕਈ ਲੋਨ ਲੈ ਕੇ ਆਉਂਦੇ ਆ, ਕਈ ਫਿਰ ਜਿਹੜੇ ਤੇ ਬਹੁਤ ਜ਼ਿਆਦਾ ਐਫਲੂਐਂਟ ਫੈਮਿਲੀਜ਼ ਦੇ ਹੈਗੇ ਆ, ਉਹਨਾਂ ਨੂੰ ਤਾਂ ਪ੍ਰੋਬਲਮ ਨਹੀਂ। ਪਰ ਮੈਕਸਿਮਮ ਬੱਚੇ ਜਿਹੜੇ 80-90% ਬੱਚੇ ਆ, ਉਹ ਇੱਥੋਂ ਦੀ ਆ ਕੇ ਇੱਥੇ ਕਮਾਉਂਦੇ ਆ, ਫੀਸਾਂ ਭਰਦੇ ਆ, ਉਹਨਾਂ ਨੇ ਨਾਲ ਸਟੱਡੀ ਵੀ ਕਰਨੀ ਹੈ। ਉਹ ਦੋਨਾਂ ਨੂੰ ਬੈਲੈਂਸ ਰੱਖਣਾ ਇੱਕ ਬੜਾ ਵੱਡਾ ਚੈਲੰਜ ਹੁੰਦਾ ਇਹਨਾਂ ਲਈ ਕਈ ਵਾਰ ਬੱਚਿਆਂ ਲਈ। ਤੇ ਫਿਰ ਉਹਦੇ ਬਾਅਦ ਲਾਜ਼ ਵੀ ਤੁਸੀਂ ਫੋਲੋ ਕਰਨੇ ਸਾਰੇ, ਜੇ ਡਰਾਈਵ ਕਰ ਰਹੇ ਹੋ ਜਾਂ ਕੁਝ ਕਰ ਰਹੇ ਹੋ। ਸਾਡੇ ਕੋਲ ਸਟੂਡੈਂਟਸ ਇੰਨੇ ਹੁੰਦੇ ਆ ਤੇ ਉਹ ਸਟੂਡੈਂਟਸ ਸਾਨੂੰ ਦੱਸਦੇ ਰਹਿੰਦੇ ਆ ਇਹੋ ਜਿਹੀਆਂ ਇਸ਼ੂਜ਼ ਉਹਨਾਂ ਨੂੰ ਆਉਂਦੀਆਂ ਰਹਿੰਦੀਆਂ ਇਹ ਚੀਜ਼ ਦੀਆਂ। ਪਰ ਕਈ
ਕਾਲਜਸ ਵੀ ਫਿਰ ਇੱਥੇ ਕੋਆਪਰੇਟ ਕਰ ਦਿੰਦੇ ਆ, ਉਹਨਾਂ ਨੂੰ ਪੇਮੈਂਟ ਪਲਾਨ ਬਣਾ ਦਿੰਦੇ ਆ, ਕੁਝ ਵੀ ਹੈ, ਬਟ ਸਟਿਲ ਉਹ ਲਾਈਫ, ਸਟੂਡੈਂਟ ਲਾਈਫ ਬਹੁਤ ਚੈਲੰਜਿੰਗ। ਮੇਰੇ ਮਨ ਦੇ ਵਿੱਚ ਹੋਰ ਸਵਾਲ ਆ ਗਿਆ ਵੀ ਸਾਡੇ ਕਈ ਪਿੰਡਾਂ ਦੇ ਵਿੱਚ ਬੀਬੀਆਂ ਜਿੱਤ ਜਾਂਦੀਆਂ, ਸਰਪੰਚੜੀ ਬਣ ਗਈ ਬੀਬੀ, ਉਹ ਆਪ ਵਿਚਾਰੀ ਘਰੇ ਹੀ ਕੰਮ ਕਰਦੀ, ਮੋਹਰ ਮਾਰ ਲਾਉਣ ਦਾ ਕੰਮ ਘਰ ਵਾਲਾ ਜਾਂ ਮੁੰਡਾ ਹੀ ਕਰਦਾ। ਵੀ ਭਾਈ ਅਸਲ ਦੇ ਵਿੱਚ ਸਰਪੰਚ ਉਹ ਹੁੰਦਾ। ਤੁਹਾਡਾ ਵੀ ਕੋਈ ਐ ਕਰਕੇ ਪਤੀ ਦੇਵ ਜਾਂ ਮੁੰਡਾ ਕਹਿੰਦੇ ਨੇ ਵੀ ਕੋਈ ਗੱਲ ਨਹੀਂ, ਘੁੱਗੀ ਮੈਂ ਮਾਰ ਦਿੰਦਾ, ਆਪਣੀ ਘਰ ਦੀ ਗੱਲ ਆ। ਇੱਥੇ ਨਹੀਂ ਹੁੰਦਾ, ਆਪ ਹੀ ਆਣਾ ਪੈਂਦਾ ਮੀਟਿੰਗ 'ਚ, ਆਪ ਉੱਥੇ ਬੈਠਣਾ ਪੈਂਦਾ। ਔਰ ਇੱਕ ਸੀਟ ਸਾਡੇ ਤਾਂ ਐਮਪੀ ਨੇ ਵੀ ਅੱਗੇ ਬੰਦੇ ਰੱਖੇ ਹੁੰਦੇ ਵੀ ਮੇਰੇ ਕੋਲ ਬੰਬੇ ਤੋਂ ਨਹੀਂ ਆਇਆ ਜਾਣਾ, ਆਹ 2 ਬੰਦੇ ਮੀਟਿੰਗ ਕਰ ਲਿਆ ਕਰੋ। ਨਹੀਂ, ਸਾਨੂੰ ਤਾਂ ਘਰ ਦੇ ਕੰਮ ਵੀ ਆਪ ਹੀ ਕਰਨੇ ਹੁੰਦੇ ਆ। ਹਾਂ, ਘਰ ਦੇ ਕੰਮ ਵੀ ਕਰਕੇ ਆਓ ਤੇ ਫਿਰ ਉਹ ਜੌਬ ਤੇ ਵੀ ਜਾਓ, ਫਿਰ ਇੱਥੇ ਕਾਉਂਸਲ ਦੀਆਂ ਮੀਟਿੰਗਸ ਵੀ ਅਟੈਂਡ ਕਰੋ, ਸਾਰਾ ਕੁਝ ਆਪ ਹੀ ਕਰਨਾ ਪੈਂਦਾ। ਅੱਛਾ। ਇੱਥੇ ਕੋਈ ਨਹੀਂ, ਐਮਪੀ ਵੀ ਤੁਸੀਂ ਦੇਖੋਗੇ ਤਾਂ ਆ ਰਿਹਾ ਆਪਣੀ ਗੱਡੀ ਚਲਾ ਕੇ ਆਪ ਹੀ, ਇਸ ਤਰ੍ਹਾਂ ਤੇ ਕੋਈ ਨਹੀਂ ਹੈ ਕਿ ਤੁਹਾਨੂੰ ਇੰਨੇ ਗਾਰਡ ਮਿਲੇ ਹੋਏ ਤੇ ਇੰਨਾ ਕੁਝ ਮਿਲਿਆ ਹੋਇਆ ਨਾ। ਅੱਧੀ ਉਮਰ ਤਾਂ ਸਾਡੀ ਉੱਥੇ ਸਾਬਕਾ ਸਰਪੰਚ ਲਿਖ ਕੇ ਨਿਕਲ ਜਾਂਦੀ ਹੈ ਜੀ, 3 ਪੀੜ੍ਹੀਆਂ ਲਿਖਦੀਆਂ। ਇੱਕ ਜਾਰੀ ਕਰਕੇ ਵਾਅਦਾ ਕਰਿਓ ਵੀ ਜਿਹੜਾ ਕੌਂਸਲਰ ਦੇ ਤੌਰ ਦੇ ਉੱਤੇ ਇਹ ਕਾਮਯਾਬੀ ਹਾਸਲ ਕਰਨਾ, ਪਹਿਲੀ ਵਾਰ ਕਾਮਯਾਬੀ ਹਾਸਲ ਕਰਨਾ, ਇਹ ਤੁਹਾਡੇ ਲਈ ਰਾਜਨੀਤੀ ਦੇ ਵਿੱਚ ਨਵੇਂ ਦਰਵਾਜ਼ੇ ਵੀ ਖੋਲੂਗੀ ਗੱਲ ਸ਼ਾਇਦ। ਹਾਂਜੀ। ਤੇ ਕੀ ਮਹਿਸੂਸ ਕਰਦੇ ਹੋ ਵੀ ਅਗਲਾ ਸਟੈਪ ਕੀ ਹੈ, ਅਗਲਾ ਪੌੜੀ ਡੰਡਾ ਕਿਹੜਾ? ਦੇਖੋ, ਇਹ ਫਸਟ ਈਅਰ ਆਫ ਹੈਗਾ ਗਵਰਨਮੈਂਟ, ਸੈਕਿੰਡ ਹੈਗਾ ਸਟੇਟ, ਫਿਰ ਹੈਗਾ ਫੈਡਰਲ। ਸੋ ਐਂਡ ਤਾਂ ਨਹੀਂ ਹੈ ਫੈਡਰਲ ਤੱਕ, ਮੀਨਸ ਇਫ ਤੁਹਾਨੂੰ ਕੰਮ ਕਰਨਾ ਪਊਗਾ ਬੇਸ ਲੈਵਲ ਤੇ, ਅਗਰ ਪਬਲਿਕ ਤੁਹਾਨੂੰ ਸਪੋਰਟ ਕਰਦੀ ਹੈ, ਤੁਸੀਂ ਅੱਗੇ ਵੀ ਜਾ ਸਕਦੇ ਹੋ। ਐਮਪੀ ਵੀ ਜਾ ਸਕਦੇ ਆ, ਫੈਡਰਲ ਵੀ ਜਾ ਸਕਦੇ ਆ, ਸਟੇਟ ਵੀ ਮਤਲਬ ਸਟੇਟ ਦੇ ਵੀ। ਕੈਨੇਡਾ ਦੇ ਮੁਕਾਬਲਤਨ, ਇੰਗਲੈਂਡ ਦੇ ਮੁਕਾਬਲਤਨ ਸਾਡੇ ਪੰਜਾਬੀ ਆ ਜਿਹੜੇ ਰਾਜਨੀਤੀ ਦੇ ਵਿੱਚ ਘੱਟ ਆ। ਇੱਥੇ ਮੇਰੇ ਖਿਆਲ ਵਿੱਚ ਸ਼ੁਰੂਆਤ ਕਰਤੀ ਹੈ, ਖਾਤਾ ਖੋਲਤਾ। ਵੂਮਨ ਤਾਂ ਮੈਂ ਹੀ ਹਾਂ ਜੀ। ਹਾਂ ਬਿਲਕੁਲ। ਇਹ ਫਿਰ ਕੀ ਅਨੁਭਵ ਰਿਹਾ ਹੁਣ ਤੱਕ? ਕੋਈ ਪੰਜਾਬਣ ਕੋਈ ਕਿਉਂ ਨਹੀਂ ਸੀ, ਜਾਂ ਉਹਨੇ ਇਸ ਖੇਤਰ ਦੇ ਵੱਲ ਕਦੇ ਖਿਆਲ ਨਹੀਂ ਸੀ ਕੀਤਾ? ਸਹੀ ਗੱਲ ਦੱਸਾਂ ਤੇ ਜਿਹੜੇ ਉਹ ਵਿਚਾਰੇ ਚੈਲੰਜਸ ਦੇ ਵਿੱਚ ਹੀ ਰੁੱਝੇ ਰਹਿੰਦੇ ਲੋਕੀ ਕਾਫੀ, ਇਹ ਵੀ ਚੀਜ਼ ਹੁੰਦੀ ਹੈ। ਪਰ ਹੁਣ ਇੰਟਰਸਟ ਲੈ ਰਹੀ ਹੈ ਵੂਮਨ, ਹੋਰ ਅੱਗੇ ਵੀ ਆ ਰਹੀ ਹੈ, ਐਂਡ ਅੱਗੇ ਆ ਰਹੀ ਹੈ ਹੁਣ ਵੂਮਨ ਹੋਰ ਵੀ। ਤੇ ਹੋਪਫੁਲੀ ਸਾਡੇ ਪੰਜਾਬੀ ਕਮਿਊਨਿਟੀ ਚਾਹੀਦਾ ਹੈ ਵੈਸੇ, ਕਿਉਂਕਿ ਇੱਥੇ ਹਜੇ ਵੈਕਿਊਮ ਹੈ, ਹੋਰ ਵੀ ਆ ਸਕਦੇ ਆ। ਤੁਸੀਂ ਇਸ ਅਹੁਦੇ ਤੇ ਬੈਠ ਕੇ ਵੀ ਘੱਟ ਬੋਲਦੇ ਆ। ਘੱਟ ਬੋਲਦੇ? ਬਹੁਤ ਘੱਟ ਬੋਲਦੇ ਹੋ ਤੁਸੀਂ, ਬੜਾ ਸੰਜੀਦਾ, ਬੜੇ ਸੰਖੇਪ 'ਚ ਬੋਲਦੇ ਆ। ਉੱਥੇ ਤਾਂ ਮਾੜੀ ਜਿਹੀ ਤਿਆਰੀ ਹੋਵੇ ਕਿਸੇ ਦੀ ਵੀ ਭਾਈ ਮੈਂ ਕੁਝ ਬਣਨਾ ਚਾਹੁੰਦਾ, ਨੇਰੀਆਂ ਲਿਆ ਦਿੰਦਾ ਫੇਸਬੁੱਕ ਤੇ। ਤੁਹਾਡੇ ਵੀ ਚੱਲਦਾ ਇਦਾਂ ਜੀ? ਹਾਂ, ਫੇਸਬੁੱਕ ਤੇ ਤਾਂ ਨੇਰੀਆਂ ਚੱਲਦੀਆਂ ਹੀ ਆ, ਉਹ ਸੋਸ਼ਲ ਹੈਗਾ ਨਾ, ਸੋਸ਼ਲ ਜਿਹੜੀ ਪਬਲਿਸਿਟੀ ਹੈ ਉਹ ਤਾਂ ਕੰਮ ਕਰਦੀ ਹੈ। ਉਹ ਕਰਨਾ ਪੈਂਦਾ, ਉਹ ਨੇਰੀਆਂ ਤੇ ਲਿਆਉਣੀਆਂ ਪੈਂਦੀਆਂ ਉੱਥੇ। ਫੇਸ ਟੂ ਫੇਸ ਵੀ ਮਿਲਦੇ ਆ, ਸਾਰਾ ਕੁਝ ਇਸ ਤਰ੍ਹਾਂ ਨਹੀਂ ਕੋਈ ਗੱਲ ਹੈਗੀ। ਫਿਰ ਵੀ ਜੇਕਰ ਤੁਸੀਂ ਇਹ ਸੋਚਦੇ ਹੋਵੋ ਵੀ ਭਾਈ ਉੱਥੋਂ ਦੀ ਤੁਲਨਾ ਇੱਥੇ ਕਰਦੇ ਆ, ਪੰਜਾਬ ਨੂੰ ਸੁਨਹਿਰਾ ਬਣਾਉਣ ਦੀ ਇੱਛਾ ਪਾਲਦੇ ਲੋਕ ਅਸੀਂ ਬਹੁਤ ਵੇਖੇ ਇੱਥੇ। ਉਹ ਚਾਹੁੰਦੇ ਯਾਰ ਪੰਜਾਬ ਵੀ ਕਿਤੇ ਸੁਨਹਿਰਾ, ਤਾਂ ਚਲੋ ਹੈ ਹੀ ਸਾਡਾ ਗੁਰੂਆਂ ਪੀਰਾਂ ਫਕੀਰਾਂ ਦੀ ਵਰੋਸਾਈ ਹੋਈ ਧਰਤੀ ਆ, ਰਾਜਨੀਤਿਕ ਲੋਕਾਂ ਦੇ ਵੱਲੋਂ ਜੋ ਉੱਥੇ ਕਰ ਦਿੱਤਾ ਗਿਆ। ਦੇਖੋ, ਉੱਥੇ ਯੂਥ ਨੂੰ ਬਿਜ਼ੀ ਕਰਨ ਦਾ ਕੁਝ ਵੀ ਨਹੀਂ ਹੈ। ਯੂਥ ਕਿਉਂ ਬਾਹਰ ਦ ਕੰਟਰੀਜ਼ 'ਚ ਦੌੜਦਾ? ਕਿਉਂਕਿ ਇੱਥੇ ਦੇ ਯੂਥ ਨੂੰ ਤੁਸੀਂ ਇਮੀਡੀਏਟ 12ਵੀਂ ਦਾ ਸਕਿੱਲ ਐਜੂਕੇਸ਼ਨ ਹੋਏਗੀ, ਕਿਤੇ ਨਾ ਕਿਤੇ ਲੱਗੇਗਾ, ਜੌਬ ਓਪਰਚੁਨਿਟੀਜ਼ ਹੈ, ਕੁਝ ਹੈ। ਉੱਥੇ ਦੇ ਯੂਥ ਨੂੰ ਹੈ ਹੀ ਨਹੀਂ ਕੁਝ ਵੀ, ਤੁਸੀਂ ਇੰਪਲੋਇਮੈਂਟ ਓਪਰਚੁਨਿਟੀਜ਼ ਨਹੀਂ ਹੈ, ਤੁਸੀਂ ਕ੍ਰੀਏਟ ਕਰੋਗੇ ਉੱਥੇ। ਜੇ ਪੰਜਾਬ ਵੀ ਹੈਗਾ ਤਾਂ ਉਹਦੇ ਵਿੱਚ ਜੇ ਇਨਵੈਸਟਰ ਇੰਪਲੋਇਮੈਂਟ ਓਪਰਚੁਨਿਟੀਜ਼ ਕ੍ਰੀਏਟ ਕਰਨੀਆਂ ਪੈਣਗੀਆਂ, ਯੂਥ ਨੂੰ ਬਿਜ਼ੀ ਕਰਨਾ ਪਏਗਾ ਤਾਂ ਕਿ ਉਹ ਦੂਸਰੇ ਰਸਤੇ ਨਾ ਜਾਵੇ। ਇਸ ਚੀਜ਼ ਤੋਂ ਪਿੱਛੇ ਆ ਉਹ, ਆਪਣੀ ਜਿਹੜੀ ਕੰਟਰੀ ਆ, ਇਸ ਪੰਜਾਬ ਵੀ ਸਪੈਸ਼ਲੀ। ਇੱਕ ਐਜੂਕੇਸ਼ਨ ਜਿਹੜੀ ਹੈ ਉਹ, ਕਿਉਂਕਿ ਉਹ ਬਹੁਤ ਜ਼ਰੂਰੀ ਹੈ ਯੂਥ ਨੂੰ ਸਹੀ ਰਸਤਾ ਦੇਣ ਲਈ। ਇਸੇ ਕਰਕੇ ਹੁੰਦਾ 12ਵੀਂ ਕਰਕੇ ਉਹ ਦੌੜਦੇ ਆ ਬਾਹਰ ਵਾਲੇ। ਤੇ ਤੁਹਾਡੇ ਵੀ ਜਦੋਂ ਇੱਥੇ ਕੋਈ ਚੋਣਾਂ ਹੁੰਦੀਆਂ ਵੀ ਭਾਈ ਤੁਹਾਨੂੰ ਅਸੀਂ 600 ਯੂਨਿਟ ਬਿਜਲੀ ਮੁਫਤ ਦੇਵਾਂਗੇ, ਇੱਕ ਬੀਬੀ ਨੂੰ $1000 ਦੇ ਦੇਵਾਂਗੇ, ਕੋਈ $100 ਕੁਛ ਇੱਦਾਂ ਚੱਲਦਾ ਕਿ ਨਹੀਂ? ਮੁਫਤ ਦੇ ਵਿੱਚ ਚੀਜ਼ਾਂ ਦਿੰਦੇ ਹੋ? ਇੱਥੇ ਨਹੀਂ ਚੱਲਦਾ ਜੀ ਇਹ। ਉਹ ਵੀ ਬੇਵਕੂਫ ਬਣਾਈ ਜਾਂਦੇ, ਉਹ ਵੀ 600 ਯੂਨਿਟਾਂ ਕਹਿ ਕੇ ਕੀ ਦੇਣਗੇ, ਉਹ ਵੀ ਕਿੱਥੇ ਦੇ ਰਹੇ ਹੈਗੇ ਆ। ਤੇ ਮਗਰ ਤਾਂ ਮੇਰੇ ਅੱਗੇ ਲੱਗ ਜਾਂਦੇ ਜੀ। ਹਾਂ, ਇਹ ਥੋੜੀ ਜੀ ਤਰਾਸਦੀ ਹੈ ਆਪਣੀ ਜਿਹੜੀ ਜਨਤਾ ਦੀ ਹੈਗੀ ਹੈ ਕਿ ਮੰਗਦੇ ਹੀ ਨਹੀਂ ਵੀ ਭਾਈ ਸਾਨੂੰ ਆਹ ਚੀਜ਼ ਮੁਫਤ ਕੁਝ ਵੀ ਹੈਗੇ ਆ, ਉਹ ਕਿਸੇ ਦੇ ਵੀ ਮਗਰ ਲੱਗ ਜਾਂਦੇ ਆ। ਮੰਨ ਲਓ ਤੁਸੀਂ
ਇੱਕ ਐਗਜ਼ਾਮਪਲ ਸੀ, ਮੈਂ ਕਿਧਰੇ ਕਿਸੇ ਉਹ ਬਾਬੇ ਬੈਠੀ ਸੀ, ਵਿਚਾਰੀ ਉਹ ਬਜ਼ੁਰਗ ਆਏ ਸਾਰੇ ਨਾ ਪਿੰਡਾਂ ਤੋਂ, ਸਾਰੇ ਬਜ਼ੁਰਗ ਆਏ, ਇਨੋਸੈਂਟ ਹੁੰਦੇ ਆ। ਆਪਣੀ ਪਾਪੂਲੇਸ਼ਨ ਇਹ ਤਾਂ ਕਿ ਤੁਸੀਂ ਜਿਸ ਮਰਜ਼ੀ ਪਾਸੇ ਲਾ ਦਿਓ, ਉਹ ਐਨੀ ਇਨੋਸੈਂਸ ਦੇਖੀ ਜੀ। ਮੈਂ ਕਿਹਾ ਜੇ ਹੁਣ ਉਹ ਬਾਬੇ ਨੇ ਮੈਨੂੰ ਕਿਹਾ, ਵੈਸੇ ਮੈਂ ਮਨਾ ਨਹੀਂ ਕਿਸੇ ਲਈ, ਉਹ ਕਹਿੰਦੇ ਜੇ ਮੈਂ ਹੁਣ ਇਹਨਾਂ ਨੂੰ ਕਹਿ ਦੇਵਾਂ ਨਾ ਕਿ ਅੱਜ ਕੀ ਕਹਿੰਦੇ ਆ, ਚੰਦਰਮਾ ਇੱਧਰੋਂ ਨਹੀਂ ਇੱਧਰੋਂ ਚੜ੍ਹਨਾ, ਰਾਤੀ ਸਾਰੀਆਂ ਉੱਧਰ ਨੂੰ ਮੂੰਹ ਕਰਕੇ ਬੈਠਣਗੀਆਂ। ਸੋ ਇਹ ਐਜੂਕੇਸ਼ਨ ਦੀ ਬਹੁਤ ਲੋੜ ਹੈ ਬੇਸ ਲੈਵਲ ਤੇ ਹਰ ਇੱਕ ਚੀਜ਼। ਬਿਲਕੁਲ ਤੁਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਣਾ, ਤੁਸੀਂ ਜੇ ਇਹ ਦੇਖੋ ਕਿ ਐਨਾਲਾਈਜ਼ ਕਰੋ ਕਿ ਸਹੀ ਕੀ ਹੈ ਗਲਤ ਕੀ ਹੈ। ਉੱਥੇ 1000 ਰੁਪਏ ਪਿੱਛੇ ਤੁਸੀਂ ਵੋਟ ਆਪਣੀ ਪਾ ਰਹੇ ਹੋ, ਤੁਸੀਂ ਇਹ ਦੇਖੋ ਕਿ ਇਸ ਬੰਦੇ ਨੂੰ ਲਿਆ ਰਹੇ ਹੋ ਤਾਂ ਫਿਰ ਉਹ ਸਾਡੇ ਤੇ ਕੀ ਕਰੇਗਾ, ਆਈ ਮੀਨ ਕੀ ਇਫੈਕਟ ਹੋਏਗਾ ਸਾਡੇ। ਕੋਈ ਇੱਥੋਂ ਦੀ ਰਾਜਨੀਤੀ ਦੀ 1 2 3 ਇਹੋ ਜਿਹੀਆਂ ਉਦਾਹਰਨਾਂ ਵੀ ਭਾਈ ਫਲਾਣੇ ਨੇ ਇੱਕ ਵਾਰ ਗਲਤੀ ਕੀਤੀ ਨਿੱਕੀ ਜੀ ਤੇ ਉਹਨੂੰ ਆਪਦੀ ਕੁਰਸੀ ਛੱਡਣੀ ਪੈ ਗਈ। ਜਿਵੇਂ ਕਿ ਮੈਂ ਨਿਊਜ਼ੀਲੈਂਡ ਦੇ ਵਿੱਚ ਗਿਆ ਸੀ, ਉੱਥੇ ਮੈਨੂੰ ਇੱਕ ਸੱਜਣ ਨੇ ਦੱਸਿਆ, ਉਹ ਕਹਿੰਦੇ ਵੀ ਇੱਕ ਸਾਡੇ ਇੱਥੇ ਨੇਤਾ ਸਾਹਿਬ ਸੀ, ਮੈਂ ਨਾਂ ਨਹੀਂ ਲੈਂਦਾ, ਉਹ ਕਹਿੰਦੇ ਵੀ ਇੱਕ ਵਾਰ ਉਹ ਕਿਤੇ ਗਏ ਪਾਰਟੀ ਦੇ ਕੰਮ ਤੇ, ਨਾਲ ਆਪਦੀ ਮਿੱਤਰ ਨੂੰ ਲੈ ਗਏ ਤੇ ਬੀਅਰ ਉਹਨਾਂ ਨੇ ਖਰੀਦ ਲਈ ਆਪਦੀ ਮਿੱਤਰ ਵਾਸਤੇ, ਉਹ ਜਿਹੜਾ ਤੁਹਾਡੇ ਕੋਲ ਕਾਰਡ ਹੁੰਦਾ, ਤੇ ਕਹਿੰਦੇ ਵੀ ਇਹ $5-7 ਦੇ ਪਿੱਛੇ ਹੀ ਉਹਦੀ ਕੁਰਸੀ ਚਲੀ ਗਈ। ਤੇ ਮੈਂ ਕਿਹਾ ਇਸ ਤਾਂ ਪੁਲ ਖਾ ਕੇ ਨਹੀਂ ਰੱਜੇ। ਨਾ ਇੱਥੇ ਵੀ ਇਸ ਤਰ੍ਹਾਂ ਹੋਇਆ। ਹਾਂ, ਇਸ ਤਰ੍ਹਾਂ ਵੀ ਹੋਇਆ ਕਿ ਬੀਅਰ ਜਾਂ ਵਾਈਨ ਦੀ ਬੋਤਲ ਪਿੱਛੇ ਅਗਲੇ ਨੂੰ ਕੁਰਸੀ ਛੱਡਣੀ ਪਈ। ਅੱਛਾ, ਇੱਥੇ ਵੀ ਹੋਇਆ ਇੱਕ ਵਾਰੀ। ਇਹ ਜਦੋਂ ਮੈਂ ਪਹਿਲੇ ਆਈ ਹਾਂ, ਮੈਨੂੰ ਬੜਾ ਅੱਛਾ ਲੱਗਿਆ ਕਿ ਐਕਸ ਪ੍ਰਾਈਮ ਮਿਨਿਸਟਰ ਸੀ ਕਿ ਕਰੰਟ ਸੀ, ਆਈ ਡੋਂਟ ਰਿਮੈਂਬਰ ਨਾਓ, ਉਹਨੂੰ ਟ੍ਰੈਫਿਕ ਫਾਈਨ ਹੋਇਆ। ਮੈਂ ਕਿਹਾ ਦੇਖੋ ਐਗਜ਼ਾਮਪਲ ਸੈੱਟ ਕਰਦੀ ਹੈ ਕੰਟਰੀਜ਼ ਕਿ ਇੱਕ ਪ੍ਰਾਈਮ ਮਿਨਿਸਟਰ ਨੂੰ ਵੀ ਅਗਰ ਫਾਈਨ ਹੋ ਸਕਦਾ ਤੇ ਫਿਰ ਸਾਰੀ ਜਨਤਾ ਸੈਟੀਸਫਾਈਡ ਹੈ ਕਿ ਅਸੀਂ ਇਕੁਅਲ ਆ। ਪ੍ਰਾਈਮ ਮਿਨਿਸਟਰ ਇਹ ਨਹੀਂ ਹੈ ਕਿ ਪ੍ਰਾਈਮ ਮਿਨਿਸਟਰ ਨੂੰ ਫਾਈਨ ਨਹੀਂ ਹੋ ਸਕਦਾ ਸਾਨੂੰ। ਆਪਣੀ ਕੰਟਰੀ 'ਚ ਫਾਈਨ ਕਰਕੇ ਦੇਖ ਲਓ ਪ੍ਰਾਈਮ ਮਿਨਿਸਟਰ ਨੂੰ। ਲੈ ਉੱਥੇ ਕਿਸੇ ਨੂੰ ਕਾਉਂਸਲਰ ਨੂੰ ਕਰਕੇ ਦੇਖੋ, ਫਿਰ ਪਤਾ ਲੱਗੂ। ਕਾਉਂਸਲਰ ਦੀ ਮਾਨ ਉੱਥੇ ਦੇ। ਹਾਂ, ਨੇਰੀਆਂ ਲਿਆ ਦੂ ਕਾਉਂਸਲਰ, ਉਹਦੀ ਬਦਲੀ 2 ਮਿੰਟਾਂ 'ਚ ਕਰਵਾਊ। ਨਹੀਂ ਇੱਥੇ ਨਹੀਂ ਇਹ ਚੀਜ਼ ਹੁੰਦੀ। ਇੱਥੇ ਤਾਂ ਅਸੀਂ ਉਹਨਾਂ ਲਈ, ਉਹ ਸਾਡੇ ਲਈ ਆਮ ਸਾਰੇ ਹੈਗੇ, ਕੋਈ ਇਸ ਤਰ੍ਹਾਂ ਨਹੀਂ ਹੈਗਾ। ਮੈਨੂੰ ਚੰਗਾ ਲੱਗਦੀਆਂ ਜਦੋਂ ਤੁਲਨਾ ਕਰਦੇ ਆ ਨਾ। ਹਾਲਾਂਕਿ ਮੇਰੇ ਸੂਬੇ ਤੋਂ, ਸਾਡੇ ਸੂਬੇ ਤੋਂ ਸੋਹਣਾ ਤਾਂ ਕੁਝ ਹੋਰ ਹੋ ਹੀ ਨਹੀਂ ਸਕਦਾ, ਪਰ ਸਾਨੂੰ ਉਹ ਗੱਲਾਂ, ਮਿੱਟੀ ਨਾਲ ਪਿਆਰ ਤਾਂ ਹੁੰਦਾ ਹੀ ਹੈ। ਤੁਸੀਂ ਆਪਣੇ ਜਿੱਥੇ ਵੀ ਤੁਸੀਂ ਪਲੇ ਜੰਮੇ ਜਾਂ ਜਿਹੜੀ ਤੁਹਾਡੀ ਪਿਛੋਕੜ ਹੈ ਉਹਦੇ ਨਾਲ ਤਾਂ ਪਿਆਰ ਰਹਿੰਦਾ ਹੀ ਹੈ। ਬਟ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਤਾਂ ਹੀ ਅਸੀਂ ਇਹਨਾਂ ਕੰਟਰੀਜ਼ ਜਾਂਦੇ। ਵਰਨਾ ਸਾਰੀ ਉਮਰ, ਹੁਣ ਜਿਸ ਤਰ੍ਹਾਂ ਮੈਂ ਤਾਂ, ਮੇਰੇ ਡੈਡੀ ਆਰਮੀ 'ਚ ਸੀ ਤੇ ਅਸੀਂ ਤਾਂ ਈਵਨ ਉੱਥੋਂ ਸ਼ੁਰੂ ਹੋ ਗਏ ਸੀ। ਮੇਰਾ ਦਿਮਾਗ ਸੀ ਕਿ ਮੈਂ ਆਰਮੀ 'ਚ ਜਾਣਾ, ਡਾਕਟਰ ਨਹੀਂ ਬਣਨਾ। ਆਰਮੀ 'ਚ ਮੈਂ ਡਾਕਟਰ ਬਣਨਾ, ਪਤਾ ਕਿਉਂ? ਕਿਉਂਕਿ ਮੈਨੂੰ ਉਹ ਆਰਮੀ ਦੀ ਯੂਨੀਫਾਰਮ, ਉੱਥੇ ਸਟਾਰ ਲੱਗੇ, ਮੈਂ ਕੈਪਟਨ ਬਣੂਗੀ, ਉਹ ਅੱਛਾ ਲੱਗਦਾ ਸੀ। ਕਿ ਮੈਂ ਉਹਨਾਂ ਸਕੂਲਾਂ 'ਚ ਹੀ ਪੜ੍ਹੀ ਹੋਈ, ਆਰਮੀ ਸਕੂਲਾਂ 'ਚ। ਪਰ ਉਹ ਕਿੱਥੇ ਹੁਣ ਆ ਕੇ, ਹੁਣ ਮੇਰੇ ਡੈਡੀ ਨੇ ਪਰਸੋਂ ਯਾਦ ਦਿਲਾਇਆ, ਕਹਿੰਦੇ ਤੇਰੇ ਉਹ ਸਟਾਰ ਹੋਣ ਲੱਗ ਗਏ। ਵਾਹ ਵਾਹ, ਬਹੁਤ ਖੂਬ। ਉੱਦਾਂ ਕਦੇ ਸੋਚਿਆ ਸੀ ਵੀ ਕਾਉਂਸਲਰ ਬਣ ਵੀ ਸਕਦੇ ਹੋ, ਜਿੱਤ ਵੀ ਜਾਓਗੇ? ਜਦੋਂ ਇੱਕ ਵਾਰ ਸੇ ਚੱਲ ਪਏ ਇਸ ਪਾਸੇ, ਫਿਰ ਤਾਂ ਲੱਗਦਾ ਸੀ ਕਿ ਹੁਣ ਜਿੱਤ ਜਾਵਾਂਗੇ। ਅਸੀਂ ਘਰ ਵੀ ਗਏ ਔਰ ਸਭ ਪੂਰੀ ਐਫਰਟ ਕੀਤੀਆਂ ਉਹਨਾਂ ਦਿਨਾਂ ਦੇ ਵਿੱਚ। ਅਸੀਂ ਜੋ ਵੀ ਅਸੀਂ ਲੋਕ ਪਬਲਿਕ ਮਿਲਣਾ ਹੈਗਾ ਜਾਂ ਸੋਸ਼ਲ ਉਹਦੇ 'ਤੇ ਫੇਸਬੁੱਕ 'ਤੇ ਕਰਨਾ ਹੈ, ਜੋ ਵੀ ਇਲੈਕਟ੍ਰੋਨਿਕ ਜਾਂ ਟੈਕਨੋਲੋਜੀ। ਤੁਹਾਡੇ ਇੱਥੇ 15 ਵਾਰਡ ਆ ਬਲੈਕ ਟਾਊਨ ਦੇ ਵਿੱਚ। 15 ਵਾਰਡਾਂ ਦੇ ਵਿੱਚੋਂ ਇਹ ਮੇਰੇ ਖਿਆਲ ਇੱਕ ਵਾਰਡ ਦੇ ਵਿੱਚ 3 ਕਾਉਂਸਲਰ ਹੋ ਤੁਸੀਂ? 3 ਤੇ ਫਿਰ ਉਹ ਇੱਕ ਵਾਰਡ ਦੇ ਵਿੱਚ ਖੇਤਰਫਲ ਜ਼ਿਆਦਾ, 3 ਕਾਉਂਸਲਰ ਤਾਂ ਕਿਉਂਕਿ ਉੱਥੇ ਤਾਂ ਪੰਜਾਬ ਦੇ ਵਿੱਚ ਇੱਕ ਵਾਰਡ 'ਚ ਇੱਕੋ ਹੀ ਕਾਉਂਸਲਰ ਹੁੰਦਾ। ਨਹੀਂ, ਏਰੀਆ ਕਾਫੀ ਹੈ ਜੀ। ਬਲਕਿ ਮੈਂ ਹੁਣ ਇੰਡੀਆ ਗਈ ਸੀ ਤਾਂ ਮੈਨੂੰ ਕਿਸੇ ਨੇ ਪੁੱਛਿਆ ਕਿ ਤੁਹਾਡੀ ਵਾਰਡ 'ਚ ਕਿੰਨੀ ਪਾਪੂਲੇਸ਼ਨ ਹੈ? ਮੈਂ ਕਿਹਾ 45,000 ਹੈਗੀ। ਉਹ ਕਹਿੰਦੇ 45,000 ਵੋਟ ਤੇ ਮਤਲਬ 3 ਕਾਉਂਸਲਰ ਆ ਤੇ ਫਿਰ ਮਤਲਬ 15,000 ਇੱਕ ਨੂੰ ਆਈ, 15-45। ਨਹੀਂ, ਹਾਂ ਮਤਲਬ ਆਈ ਨਹੀਂ ਆਈ, ਸਾਨੂੰ ਜ਼ਿਆਦਾ ਆਈ। ਸਾਡੀ ਲੇਬਰ ਪਾਰਟੀ ਨੂੰ ਜ਼ਿਆਦਾ ਆਈ, ਦੂਸਰੇ ਪਾਸੇ ਤਾਂ ਘੱਟ ਆਈ। 50% ਤਕਰੀਬਨ ਅਸੀਂ ਲੈ ਗਏ। ਹਾਂਜੀ, 45,000 ਚੋਂ ਜੀ। ਤੇ ਇਸ ਤਰ੍ਹਾਂ ਹੁੰਦਾ ਹੈ ਇੱਥੇ ਕਿ ਇਹ ਏਰੀਆ ਦੇ ਹਿਸਾਬ ਨਾਲ ਪਾਪੂਲੇਸ਼ਨ ਵੰਡੀ ਹੋਈ ਹੈ। ਬਿਲਕੁਲ ਠੀਕ। ਤੇ ਹੋਰ ਕੋਈ ਆਪਦੇ ਸੰਘਰਸ਼ ਦੀ ਦਾਸਤਾਨ ਦੱਸੋ ਨਾ। ਤੁਸੀਂ ਕਾਉਂਸਲਰ ਵਾਲੀ ਗੱਲ ਮੈਨੂੰ ਘੱਟ ਦੱਸ ਦਿਓ, ਮੈਂ ਕਿਤੇ ਟਹਿਣਾ ਨਾ ਬਣ ਜੇ। ਕੋਈ ਆਪਦੇ ਸੰਘਰਸ਼ ਦੀ ਦਾਸਤਾਨ ਵੀ ਬਹੁਤ ਹਾਰਡ ਵਰਕ ਕਰਨਾ ਪਿਆ ਇੱਥੇ, ਉਹ ਕੁਛ ਜਿਹੜਾ ਕਿ ਆਉਣ ਵਾਲੀਆਂ ਕੁੜੀਆਂ ਚਿੜੀਆਂ ਜਿਹੜੀਆਂ ਇੱਥੇ ਆ, ਜਿਹੜੇ ਬੱਚੇ ਹੋਰ ਆਉਣਾ ਚਾਹੁੰਦੇ ਆ,
ਉਹਨਾਂ ਦੇ ਲਈ ਕੋਈ ਰਾਹ ਲਸੇਰਾ ਸਾਬਤ ਹੋਣ ਉਹ ਗੱਲਾਂ? ਇੱਥੇ ਦੇਖੋ ਹਾਰਡ ਵਰਕ ਤਾਂ ਕਰਨਾ ਹੀ ਪਏਗਾ, ਬਟ ਹਾਰਡ ਵਰਕ ਦਾ ਰਿਟਰਨ ਆ, ਰਿਟਰਨ ਹੈ ਉਹ। ਆਪਣੀ ਕੰਟਰੀ 'ਚ ਰਿਟਰਨ ਨਹੀਂ ਹੈਗਾ, ਇੱਥੇ ਰਿਟਰਨ ਹੈਗਾ। ਤੁਸੀਂ ਐਫਰਟਸ ਪਾਉਂਦੇ ਹੋ ਜਿਸ ਚੀਜ਼ ਦੇ ਵਿੱਚ, ਉਹਦੇ ਤੁਹਾਨੂੰ ਜਲਦੀ ਰਿਟਰਨ ਮਿਲਦੇ ਆ। ਹੁਣ ਜੇ ਮੈਂ ਤਾਂ ਕਾਉਂਸਲਰ ਬਾਰੇ ਤਾਂ ਸੋਚਿਆ ਨਹੀਂ ਸੀ, ਪਰ ਮੈਂ ਜਦੋਂ ਬ੍ਰਾਂਚ ਜੁਆਇਨ ਕੀਤੀ ਓਪਰਚੁਨਿਟੀ ਆ ਗਈ ਕਿ ਇੱਕ ਲੇਡੀ ਚਾਹੀਦੀ ਹੈ ਕਾਉਂਸਲਰ। ਅੱਛਾ। ਫਿਰ ਸਾਡੇ ਜਿਹੜੇ ਸਾਰਾ ਇਹ ਮੈਂਟਰਸ਼ਿਪ ਵਾਲਾ ਗਰੁੱਪ ਆ, ਫਿਰ ਇਹਨਾਂ ਨੇ ਪ੍ਰਪੋਜ਼ ਕੀਤਾ ਕਿ ਗੋ ਹੈਡ, ਕਿ ਤੁਹਾਡੇ ਕੋਲ ਐਜੂਕੇਸ਼ਨ ਵੀ ਹੈ, ਉਹ ਵੀ ਹੈ, ਫਲਾਣਾ ਐਵਰੀਥਿੰਗ ਹੈ। ਮੇਨ ਗੱਲ ਹੈ ਟਾਈਮ ਨਹੀਂ ਦੇ ਸਕਦੇ ਸੀ। ਜਦੋਂ ਪਹਿਲੇ ਬੱਚੇ ਆਉਂਦੇ ਆ, ਸਟੂਡੈਂਟਸ ਆਉਂਦੇ ਆ, ਪਹਿਲੇ ਤਾਂ ਉਹ ਜਾ ਕੇ ਕਿੰਨੇ ਸਾਲ ਲਾ ਦਿੰਦੇ ਆ, ਉਹਦੇ ਬਾਅਦ PR ਹੁੰਦੇ ਆ, ਫਿਰ ਸਿਟੀਜ਼ਨ ਹੁੰਦੇ ਆ, ਫਿਰ ਉਹ ਮੈਰਿਜਸ ਕਰਦੇ ਆ, ਉਹਦੇ ਬਾਅਦ ਬੱਚੇ ਆਪਣੇ ਸੈਟਲ ਕਰਨ, ਆਪਣੇ ਬੱਚਿਆਂ ਫੈਮਿਲੀ 'ਚ ਪੈ ਜਾਂਦੇ ਆ। ਸੋ ਉਹ ਸਾਰਾ ਟਾਈਮ ਉਹਨਾਂ ਦਾ ਉਸ ਚੀਜ਼ 'ਚ ਲੱਗ ਜਾਂਦਾ। ਤੇ ਮੇਰਾ ਸ਼ਾਇਦ ਉਹ ਚੀਜ਼ ਨਹੀਂ ਸੀ, ਬਿਕੋਜ਼ ਮੇਰਾ ਬੇਟਾ ਆਲਰੇਡੀ ਵੱਡਾ ਸੀ ਜਦੋਂ ਆਇਆ ਸਟੱਡੀ ਲਈ। ਸੋ ਆਈ ਵਾਸ ਨਾਟ ਹੈਵਿੰਗ ਦੈਟ ਚੈਲੰਜਸ। ਮੇਰਾ ਇੱਕ ਦੋਸਤ ਕਾਉਂਸਲਰ ਆ ਇੱਕ ਸ਼ਹਿਰ ਤੋਂ, ਉਹ ਕਹਿੰਦਾ ਵੀ ਮੇਰਾ ਨਾ 60 ਲੱਖ ਰੁਪਈਆ ਲੱਗ ਗਿਆ ਜਦੋਂ ਚੋਣ ਹੋਈ। ਮੈਂ ਕਿਹਾ ਵੀ ਉਹ ਕਿਵੇਂ? ਮੇਰੇ ਲਈ ਤਾਂ ਗੱਲ ਨਵੀਂ ਸੀ, ਕਿਉਂਕਿ ਆਪਾਂ ਤਾਂ ਕਦੇ ਪੈਸੇ ਲੈ ਕੇ ਵੋਟ ਪਾਈ ਨਹੀਂ, ਦਾਰੂ ਪੀ ਕੇ ਪਾਈ ਨਹੀਂ, ਨਾ ਪੀਨੇ ਆ। ਉਹ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਹੋਣਾ ਚਾਹੀਦਾ ਤੁਹਾਡੇ ਕੋਲ ਬੈਗ 'ਚ ਕੁਝ, ਤਾਂ ਹੀ ਉੱਥੇ ਲੜ ਸਕਦੇ ਹੋ। ਉਹ ਕਹਿੰਦਾ ਬਾਈ ਜੀ ਦਾਰੂ ਬਹੁਤ ਚੱਲੀ, ਪੈਸੇ ਬੜੇ ਨੇ ਲਏ, ਹੋਰ ਬੜੇ ਕੰਮਕਾਜ ਹੋਏ, ਤੁਹਾਡੇ ਵੀ ਇੱਥੇ ਦਾਰੂ ਦੂਰੂ ਚੱਲਦੀ ਕਿ ਨਹੀਂ ਮਾੜੀ ਮੋਟੀ? ਨਾ ਜੀ ਨਾ। ਅਸੀਂ ਇੱਕ ਫੰਡ ਰੇਜ਼ਿੰਗ ਇਵੈਂਟ ਕੀਤਾ ਸੀ, ਉਹਦੇ 'ਚ $80 ਸਪੈਂਡ ਕੀਤੇ ਆ। ਅੱਛਾ। ਕੁਝ ਨਹੀਂ ਹੋਰ ਸਪੈਂਡ ਕੀਤਾ। $80 'ਚ ਅਸੀਂ ਉਹਦੇ ਕੋਲ ਕਾਉਂਸਲਰ ਬਣ ਗਏ। ਕੁਝ ਨਹੀਂ ਹੋਰ ਸਪੈਂਡ ਕੀਤਾ। ਬਾਕੀ ਸਾਡੀ ਜਿਹੜੀ, ਬਿਕੋਜ਼ ਮੈਂ ਇੱਕ ਅਟੈਚ ਸੀ ਕਿਸੇ ਪਾਰਟੀ ਨਾਲ, ਇੰਡੀਪੈਂਡੈਂਟ ਨਹੀਂ ਸੀ। ਅਗਰ ਇੰਡੀਪੈਂਡੈਂਟ ਹੁੰਦੀ ਫਿਰ ਖਰਚਾ ਹੋਣਾ ਸੀ, ਕਿਉਂਕਿ ਜਿੰਨੇ ਤੁਹਾਡੇ ਸਾਈਨ ਬੋਰਡ ਬਣਦੇ ਆ ਜਾਂ ਜਿੰਨਾ ਇਲੈਕਸ਼ਨ ਮੈਟੀਰੀਅਲ ਬਣਦਾ ਹੈ, ਉਹਨਾਂ ਨੇ ਆਪਣੇ ਪੈਸੇ ਦਾ ਲਾਣਾ ਸੀ। ਇੱਥੇ ਕਿਉਂਕਿ ਮੈਂ ਇੱਕ ਪਾਰਟੀ ਨਾਲ ਅਟੈਚ ਸੀ, ਤਾਂ ਫਿਰ ਉਹ ਪਾਰਟੀ ਨੇ ਖਰਚਾ ਕੀਤਾ। ਬਹੁਤ ਖੂਬ। ਹਾਂਜੀ। ਔਰ ਉਹ ਵੀ ਹੁੰਦਾ ਜਿੱਦਾਂ ਹੁਣ ਸਾਡੇ ਕਾਉਂਸਲਰ ਦਾ ਅਲਾਊਂਸ ਹੈ, ਮੰਨ ਲਓ ਉਹਦੇ ਵਿੱਚੋਂ ਹਰ ਮੰਥ ਉਹ ਥੋੜਾ ਕੱਟਦੇ ਰਹਿੰਦੇ ਆ, ਫਿਰ ਉਹ ਸਾਰਾ ਇਕੱਠਾ ਹੁੰਦਾ ਹੈ ਨੈਕਸਟ ਇਲੈਕਸ਼ਨ 'ਚ, ਫਿਰ ਉਹ ਯੂਜ਼ ਹੋਏਗਾ। ਥੋੜਾ ਫੰਡ ਇਕੱਠਾ। ਤੇ ਪਾਰਟੀ ਫੰਡ ਜਿਵੇਂ ਕਿ ਭਾਰਤ ਦੇ ਵਿੱਚ ਤਾਂ ਮੇਰੀ ਜਾਣਕਾਰੀ 'ਚ ਵਾਧਾ ਕਰਿਓ ਵੈਸੇ, ਵੀ ਜਿਹੜੇ ਸਰਦੇ ਪੁੱਜਦੇ ਕਰੋੜਾਂ ਰੁਪਏ ਵੱਖ-ਵੱਖ ਪਾਰਟੀਆਂ ਨੂੰ ਦਾਨ ਦੇ ਦਿੰਦੇ ਅੰਦਰ ਖਾਤੇ, ਇੱਥੇ ਫਿਰ ਤੁਸੀਂ ਕਿਵੇਂ ਪਾਰਟੀ ਫੰਡ ਇਕੱਤਰ ਕਰਦੇ ਹੋ? ਫੰਡ ਰੇਜ਼ਿੰਗ ਇਵੈਂਟਸ ਹੁੰਦੇ ਇੱਥੇ। ਫੰਡ ਰੇਜ਼ਿੰਗ ਇਵੈਂਟਸ ਦੇ ਵਿੱਚ ਮੰਨ ਲਓ ਤੁਸੀਂ 200 ਜਾਂ 400 ਬੰਦਾ ਇਕੱਠਾ ਕਰ ਲਿਆ, ਉਹਦਾ ਡਿਨਰ ਹੈ ਜਾਂ ਲੰਚ ਹੈ ਜਾਂ ਕੁਛ ਹੈ, ਤੇ ਉਹ ਸਪੋਜ਼ $80 ਤੁਸੀਂ ਪਾਏ ਆ ਉਹਦੇ 'ਚ, ਤੇ ਉਹਦੇ 'ਚ ਜਿਹੜਾ ਲੰਚ ਵਗੈਰਾ ਕੱਢ ਕੇ ਬਾਕੀ ਬਚ ਜਾਂਦਾ, ਉਹ ਫੰਡ 'ਚ ਚਲੇ ਉਹ ਪਾਰਟੀ ਫੰਡ ਹੋ ਗਿਆ। ਹਾਂਜੀ। ਅੱਛਾ। ਕੋਈ ਇਸ ਤਰ੍ਹਾਂ ਸਪੈਸ਼ਲ ਨਹੀਂ ਹੈਗਾ ਫੰਡ ਕਿ ਅਗਰ ਤੁਸੀਂ ਇੱਥੇ ਅਗਰ ਤੁਸੀਂ ਡੋਨੇਸ਼ਨ ਮੰਨ ਲਓ $500 ਦੀ ਕਰ ਦਿੱਤੀ ਪਾਰਟੀ ਨੂੰ, ਤਾਂ ਐਕਸਪਲੇਨੇਸ਼ਨ ਦੇਣੀ ਪੈਂਦੀ ਆ। ਅੱਛਾ। ਸੋ ਇਸ ਕਰਕੇ ਉਹ ਐਕਸਪਲੇਨੇਸ਼ਨ ਤੋਂ ਤਾਂ ਬਚਦੇ ਸਾਰੇ। ਇਹ ਤਾਂ ਗੱਲ ਬਿਲਕੁਲ ਸਹੀ ਹੈ। ਇੱਥੇ ਬੈਠਿਆ ਜਦੋਂ ਪੰਜਾਬੀ ਭਾਈਚਾਰੇ ਨੂੰ ਮਿਲਦੇ ਆ ਜਾਂ ਖੁਦ ਪੰਜਾਬਣ ਹੋਣ ਦੇ ਨਾਤੇ, ਨਵੀਂ ਸਰਕਾਰ ਬਾਰੇ ਕੀ ਸੋਚਦੇ ਹੋ? ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਨਵੀਂ ਸਰਕਾਰ ਆਈ ਆ, ਕੀ ਆਸਾਂ ਲੱਗਦੀਆਂ? ਦੇਖੋ ਇੱਥੇ ਬੈਠੇ ਸਭ ਨੂੰ ਚਲੋ ਉਸ ਵੇਲੇ ਬੜੀ ਹੋਪ ਹੈਗੀ ਹੈ ਸੀ, ਜਦੋਂ ਇਲੈਕਸ਼ਨਸ ਵੀ ਹੋਈਆਂ, ਕਿ ਇਸ ਵੇਲੇ ਨਾ ਤਾਂ ਨਵੀਂ ਸਰਕਾਰ ਆਉਣੀ ਚਾਹੀਦੀ ਹੈ ਕੋਈ, ਤੇ ਉਹ ਆਪ ਆ ਗਈ। ਚਲੋ ਸਭ ਨੂੰ ਬੜੀ ਖੁਸ਼ੀ ਹੋਈ ਕਿ ਭਗਵੰਤ ਮਾਨ ਉਹਨਾਂ ਦੀ ਸਰਕਾਰ ਆ ਗਈ। ਹੁਣ ਇਸ ਵੇਲੇ ਹਜੇ ਥੋੜੀ ਦੇਰ ਹੋਈ ਹੈ ਉਹਨਾਂ ਨੂੰ, ਆਈ ਥਿੰਕ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਕਿ ਉਹ ਇੱਕ ਕੁਝ ਕਰਕੇ ਦਿਖਾਣ, ਐਂਡ ਉਹ ਬਿਹਤਰ ਕਰਨਗੇ ਤੇ ਫਿਰ ਅੱਗੇ ਵੀ ਆਉਣ ਦੀ ਉਹਨਾਂ ਦੀ ਆਸ ਹੈ। ਵਰਨਾ ਜਿਹੜੀਆਂ ਪਹਿਲੇ ਵੀ ਪਾਰਟੀ ਸੀ, ਹਰ ਕੋਈ ਮੈਨੂੰ ਲੱਗਦਾ ਜਿਹੜਾ ਉੱਥੇ ਆਉਂਦਾ ਨਾ, ਉਹ ਆਪਣੀ ਕੁਰਸੀ ਪਿੱਛੇ ਆਉਂਦਾ। ਇਹ ਨਹੀਂ ਹੈ, ਉਹਨੂੰ ਪਬਲਿਕ ਦਾ ਇੰਟਰਸਟ ਘੱਟ ਹੈ, ਆਪਣਾ ਇੰਟਰਸਟ ਪਹਿਲੇ ਹੈ। ਜਦ ਤੁਸੀਂ ਪਹਿਲੇ ਪਬਲਿਕ ਦਾ ਇੰਟਰਸਟ ਰੱਖਣਾ ਸ਼ੁਰੂ ਕਰ ਦੋਗੇ ਨਾ, ਆਪਣਾ ਘੱਟ, ਫਿਰ ਉਹ ਜਿਹੜੀ ਹੈ ਨੈਵਰ ਐਂਡਿੰਗ, ਫਿਰ ਤਾਂ ਉਹ ਹਮੇਸ਼ਾ ਚਾਹਣਗੇ ਕਿ ਤੁਸੀਂ ਆਓ। ਬਿਲਕੁਲ ਸਹੀ ਗੱਲ ਆ, ਵੀ ਆਪਦੇ ਨਿੱਜੀ ਹਿੱਤ ਆ ਜਿਹੜੇ ਉਹ ਪਰੇ ਕਰਨੇ ਪੈਣਗੇ, ਬਿਲਕੁਲ, ਤੇ ਲੋਕ ਹਿੱਤ ਮੂਹਰੇ ਰੱਖਣੇ ਪੈਣਗੇ, ਫਿਰ ਹੀ ਸਰਕਾਰਾਂ ਇੱਕ ਪੰਜਾਬ ਨੂੰ ਉਠਾਉਣ ਲਈ, ਤੇ ਇੱਕ ਇਹ ਚੀਜ਼ਾਂ ਜਿਹੜੀਆਂ ਉਹਨਾਂ ਦਾ ਐਜੂਕੇਸ਼ਨ ਤੇ ਯੂਥ ਇੰਪਲੋਇਮੈਂਟ, ਇਹ ਦੋਨੋਂ ਚੀਜ਼ਾਂ ਅਗਰ ਕਰ ਦੇਣ ਪੰਜਾਬ ਤਰੱਕੀ ਕਰੇਗਾ। ਤੇ ਹੱਲੂਵਾਲ ਕਿੰਨੇ ਕੁ ਚਿਰ ਬਾਅਦ ਗੇੜਾ ਮਾਰਦੇ ਹੋ? ਜਦੋਂ ਵੀ ਇੰਡੀਆ ਜਾਂਦੇ ਹਾਂ ਜੀ। ਅੰਦਾਜ਼ਾ ਕਦੋਂ ਗਏ ਸੀ? ਹੁਣ ਮੈਂ 2 ਮਹੀਨੇ ਪਹਿਲੇ ਹੋ ਕੇ ਆਈ ਵੈਸੇ। ਅੱਛਾ। ਹਾਂਜੀ, 2 ਮਹੀਨੇ ਪਹਿਲੇ ਹੋ ਕੇ ਆਈ।
ਆਲੂਵਾਲ ਤਾਂ ਫਿਰ ਜ਼ਰੂਰੀ ਹੈ ਜਦੋਂ ਵੀ ਜਾਣਾ। ਬਿਲਕੁਲ ਸਹੀ ਹੈ, ਬਹੁਤ ਖੂਬ। ਉਹ ਡੈਡ ਨੇ ਉੱਥੇ ਥੋੜਾ ਜਿਹਾ ਬਣਾਇਆ ਹੋਇਆ ਕਾਫੀ ਔਰਚਰਡ ਜਿਹਾ, ਤੇ ਫਿਰ ਉਹਦੇ ਕਾਫੀ ਉਹਨਾਂ ਨੂੰ ਪਿਆਰ ਹੈ ਬੜੇ ਫਰੂਟਸ ਵਗੈਰਾ ਨਾਲ। ਪਤਾ ਨਹੀਂ 500 ਤਰ੍ਹਾਂ ਦਾ ਪੌਦਾ ਲਾਇਆ ਹੋਇਆ ਉਹਨਾਂ ਨੇ। ਅੱਛਾ, ਔਰਚਰਡ ਬਣਾਇਆ ਉਹਨਾਂ ਨੇ ਪੂਰਾ। ਉੱਥੇ ਥੋੜੀ ਦੇਰ ਰਹਿ ਕੇ ਆਈਦਾ, ਅੱਛਾ ਲੱਗਦਾ। ਨਹੀਂ, ਬਹੁਤ ਚੰਗੀ ਗੱਲ ਆ। ਸਾਨੂੰ ਨਾ ਇਹ ਇੰਟਰਵਿਊ ਕਰਨ ਦਾ ਮਕਸਦ ਹੀ ਇਹ ਆ ਤਾਂ ਜੋ ਅਸੀਂ ਤੁਲਨਾ ਕਰ ਸਕੀਏ। ਹਾਂਜੀ, ਇੱਕ ਤਾਂ ਸਾਡੇ ਪਰਿਵਾਰ ਦੇ ਜੀਆਂ ਵਰਗੇ ਹੋ ਤੁਸੀਂ, ਹਾਂਜੀ, ਹਾਂਜੀ, ਵੀ ਤੁਹਾਡੇ ਮਾਣ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕਰਨ ਨੂੰ ਜੀ ਕਰਦਾ ਵੀ ਯਾਰ ਇੱਥੇ ਵੀ ਸਾਡਾ ਖਾਤਾ ਖੁੱਲ੍ਹ ਗਿਆ ਰਾਜਨੀਤੀ ਦੇ ਵਿੱਚ, ਸੰਵਿਧਾਨਕ ਅਹੁਦੇ ਦੇ ਉੱਤੇ, ਹਾਂਜੀ। ਤੇ ਭਵਿੱਖ ਦੇ ਵਿੱਚ ਹੋਰ ਵੀ ਖਾਤੇ ਖੁੱਲ੍ਹਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਕੋਈ ਸੁਨੇਹਾ ਦੇਣਾ ਹੋਵੇ, ਨਵੀਂ ਆਉਣ ਵਾਲੀ ਪੀੜ੍ਹੀ ਜਿਹੜੀ ਇੱਥੇ ਆ ਉਹਨਾਂ ਨੂੰ ਕੁਝ ਕਹਿਣਾ ਹੋਵੇ? ਨਵੀਂ ਪੀੜ੍ਹੀ ਨੂੰ ਤਾਂ ਇਹ ਹੈ ਕਿ ਤੁਸੀਂ ਜਿਹੜੀ ਤਾਂ ਓਵਰਸੀ ਤੋਂ ਆਈ ਹੋਈ ਆ, ਹਜੇ ਸੈਟਲ ਨਹੀਂ ਹੋਈ, ਕਿ ਤੁਸੀਂ ਮੈਕਸਿਮਮ ਆਪਣੇ ਇੱਥੇ ਦੇ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰੋ। ਅਗਰ ਉਸ 'ਚੋਂ ਤੁਸੀਂ ਬੇਪਰਵਾਹ ਹੁੰਦੇ ਹੋ ਫਿਰ ਉਹ ਤੁਸੀਂ ਭਟਕ ਜਾਂਦੇ ਹੋ। ਹਮੇਸ਼ਾ ਬੈਟਰ ਹੈ ਕਿ ਕਈ ਵਾਰੀ ਸਟੂਡੈਂਟਸ ਜਿਹੜੇ ਹੈਗੇ ਆ ਉਹ ਆਪਣੇ ਕਰੀਅਰ ਪਾਥ ਇਹ ਦੇਖੋ, ਜਿਹੜਾ ਤੁਹਾਨੂੰ ਚੀਜ਼ ਅੱਛੀ ਲੱਗਦੀ ਹੈ ਨਾ, ਜੋ ਸਕਿਲਡ ਵਰਕ ਹੈਗਾ ਉਹ ਕਰੋ ਬੈਟਰ। ਉਹੀ ਕੋਰਸ ਲਓ ਸਕਿਲਡ ਵਰਕ ਵਾਲੇ, ਜਿਹਦੇ ਵਿੱਚ ਤੁਸੀਂ ਅੱਗੇ ਰੈਜ਼ੀਡੈਂਸੀ ਲੈ ਸਕੋ, ਅੱਗੇ ਫਿਰ ਪੱਕੇ ਹੋ ਸਕੋ। ਤੇ ਜਿਹੜੇ ਆਲਰੇਡੀ ਔਨਸ਼ੋਰ ਹੈਗੇ ਆ ਉਹਨਾਂ ਦੇ ਆਰ ਆਲਰੇਡੀ ਗੁੱਡ ਐਕਚੁਅਲੀ, ਕਿਉਂਕਿ ਉਹ ਸਿਸਟਮ ਦੇ ਵਿੱਚ ਆਲਰੇਡੀ ਢਲੇ ਹੈ। ਇਸ ਸਿਸਟਮ 'ਚ ਢਲਣਾ ਬੜਾ ਜ਼ਰੂਰੀ ਹੈ। ਆਪਾਂ ਕਹਿੰਦੇ ਕਿ ਇੰਟੀਗ੍ਰੇਸ਼ਨ ਕਰੋ, ਆਪਣੀ ਪਹਿਚਾਨ ਵੀ ਰੱਖੋ, ਤੇ ਇਸ ਸੋਸਾਇਟੀ 'ਚ ਇੰਟੀਗ੍ਰੇਟ ਵੀ ਕਰੋ। ਆਪਾਂ ਇਕੱਲੇ ਆਪਣੇ ਲੈ ਕੇ ਕਿ ਹਾਂ ਮੈਂ ਫਲਾਣਾ ਤੇ ਮੈਂ ਪੰਜਾਬੀ ਤੇ ਮੈਂ ਫਲਾਣਾ, ਉਹ ਨਹੀਂ ਚੱਲਦਾ। ਸਾਰੀ ਕਮਿਊਨਿਟੀ ਜਿਹੜੀ ਆਸਟ੍ਰੇਲੀਅਨ, ਇੱਥੇ ਕਿੰਨੇ ਤਰ੍ਹਾਂ ਦੇ ਲੋਕ ਰਹਿੰਦੇ ਆ। ਜਿਸ ਤਰ੍ਹਾਂ ਮੇਅਰ ਸਾਹਿਬ ਨੇ ਦੱਸਿਆ 182 ਲੈਂਗੁਏਜਸ ਬੋਲੀਆਂ ਜਾਂਦੀਆਂ ਆਸਟ੍ਰੇਲੀਆ 'ਚ, ਇੱਥੇ ਬਲੈਕ ਟਾਊਨ 'ਚ। ਅੱਛਾ, ਹਾਂਜੀ। 2-4 ਹੋਰ ਪਾਓ ਤਾਂ UN ਵਰਗਾ ਜਿੰਨਾ ਹੋ ਜਾਏਗਾ। ਤੇ ਉਹ ਸਾਰਿਆਂ ਦੀ ਰਿਸਪੈਕਟ ਕਰੋ, ਤੇ ਦੈਨ ਯੂ ਗੈਟ ਐਵਰੀਥਿੰਗ, ਯੂ ਨੋ। ਨੇਚਰ ਵੈਸੇ ਮੈਂ ਜੋ ਸੋਚਦੀ ਹਾਂ ਕਿ ਨੇਚਰ ਤੋਂ ਤੁਹਾਨੂੰ ਉਹ ਮਿਲਦਾ ਜੋ ਤੁਸੀਂ ਦਿੰਦੇ ਹੋ, ਜਾਂ ਜੋ ਡਿਜ਼ਰਵ ਕਰਦੇ ਹੋ। ਡਿਜ਼ਰਵ ਵੀ ਤਾਂ ਕਰੋਗੇ ਜੇ ਤੁਸੀਂ ਉਹ ਦੇ ਰਹੇ ਹੋ, ਐਂਡ ਯੂ ਗੈਟ ਬੈਕ। ਬਿਲਕੁਲ ਸਹੀ। ਹਾਂਜੀ, ਕਦੇ ਪ੍ਰੋਗਰਾਮ ਦੇਖਣ ਦਾ ਮੌਕਾ ਮਿਲਦਾ ਕਿ ਨਹੀਂ ਸਾਡੇ? ਬਿਲਕੁਲ, ਰੋਜ਼ ਦੇਖੀਦਾ ਜੀ ਤੁਹਾਡੇ ਪ੍ਰੋਗਰਾਮ ਤਾਂ ਦੇਖੀਦਾ ਬਹੁਤ। ਔਰ ਇਹ ਬਹੁਤ ਅੱਛਾ ਕੀ ਕਰ ਰਹੇ ਹੋ ਤੁਸੀਂ ਕਿ ਆਸਟ੍ਰੇਲੀਆ ਦੇ ਵਿੱਚ ਵੀ ਹੁਣ ਇਹ ਜਿਹੜਾ 1 ਘੰਟੇ ਦਾ ਸ਼ੁਰੂ ਕਰ ਰਹੇ ਹੋ। ਬਿਲਕੁਲ ਜੀ, ਪ੍ਰਾਈਮ ਆਸਟ੍ਰੇਲੀਆ। ਮੈਂ ਫਿਰ ਜਾਣਕਾਰੀ 'ਚ ਵਾਧਾ ਕਰਦੇ ਹਾਂ, ਸਾਡੇ ਦਰਸ਼ਕਾਂ ਦੇ ਧਿਆਨ ਦੇ ਵਿੱਚ ਲਿਆਦੇ ਹਾਂ ਕਿ ਪ੍ਰਾਈਮ ਆਸਟ੍ਰੇਲੀਆ ਦੀ ਸ਼ੁਰੂਆਤ ਪੰਜਾਬ ਦੇ ਵਿੱਚੋਂ ਅਸੀਂ ਖਬਰਾਂ ਕਰਦੇ ਹਾਂ, ਕੈਨੇਡਾ ਦੇ ਵਿੱਚੋਂ ਕਰਦੇ, ਹੋਰ ਥਾਵਾਂ ਤੋਂ ਕਰਦੇ ਹਾਂ, ਪਰ ਪ੍ਰਾਈਮ ਆਸਟ੍ਰੇਲੀਆ ਦੀ ਸ਼ੁਰੂਆਤ ਇੱਥੋਂ ਕਰ ਦਿੱਤੀ ਗਈ ਹੈ। ਤੇ ਇੱਥੋਂ ਦੇ ਮੇਅਰ ਸਾਹਿਬ ਆ ਜਿਹੜੇ ਬਲੈਕ ਟਾਊਨ ਦੇ, ਉਹਨਾਂ ਦੇ ਨਾਲ ਕੀਤੀ ਗਈ ਹੈ। ਇਹ ਨਾਲ ਸੀਗੇ ਡਾਕਟਰ ਮਨਿੰਦਰ ਸਿੰਘ, ਪ੍ਰਭਜੋਤ ਸੰਧੂ ਹੋਰੀਆਂ ਜਿਹੜੇ ਉਹਦੀ ਅਗਵਾਈ ਕਰਨਗੇ। ਤੇ ਇਹਦੇ ਵਿੱਚ 1 ਘੰਟੇ ਦੇ ਪ੍ਰੋਗਰਾਮ ਦੇ ਵਿੱਚ ਆਸਟ੍ਰੇਲੀਆ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ। ਇਹ ਬਹੁਤ ਹੀ ਅੱਛਾ ਰਹੇਗਾ ਕਿਉਂਕਿ ਇੱਕ ਕਨੈਕਸ਼ਨ ਜਿਹੜਾ ਹੈ ਨਾ ਮਿਸਿੰਗ ਹੈ, ਉਹ ਪੂਰਾ ਹੋ ਜਾਏਗਾ। ਬਿਲਕੁਲ। ਚਲੋ, ਤੁਹਾਡਾ ਬਹੁਤ ਧੰਨਵਾਦ ਜੀ, ਤੁਸੀਂ ਸਮਾਂ ਦਿੱਤਾ। ਥੈਂਕ ਯੂ। ਤੇ ਤੁਸੀਂ ਜਾ ਕੇ ਸੰਗਤ ਨੂੰ ਮਿਲਣਾ ਵੀ ਹੋਊਗਾ, ਕੋਈ ਚਾਹ ਪਾਣੀ ਵੀ ਬਣਾਉਣਾ ਹੋਣਾ, ਤੇ ਬਹੁਤ ਸ਼ੁਕਰੀਆ। ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਇਹ ਸਨ ਪੁਸ਼ਪਿੰਦਰ ਕੌਰ ਜੀ, ਜਿਹੜੇ ਕਿ ਕੌਂਸਲਰ ਨੇ ਇੱਥੋਂ ਬਲੈਕ ਟਾਊਨ ਤੋਂ। ਤੇ ਮਾਣਮੱਤੀ ਗੱਲ ਹੈ, ਸੋਹਣੀ ਗੱਲ ਹੈ, ਸਾਡੀਆਂ ਪੰਜਾਬਣਾਂ ਪੰਜਾਬੋਂ ਚੱਲ ਕੇ ਇੱਥੇ ਆਈਆਂ ਜਾਂ ਦੁਨੀਆ ਦੇ ਵੱਖ-ਵੱਖ ਹੋਰ ਹਿੱਸਿਆਂ 'ਚ ਜਾ ਰਹੀਆਂ, ਤੇ ਉੱਥੇ ਵੀ ਉਹ ਘਰ ਦੇ ਕੰਮਕਾਜ ਤੇ ਬਾਹਰਲੇ ਕੰਮਕਾਜ ਨਿਪਟਾਉਣ ਤੋਂ ਬਾਅਦ ਇਹਨਾਂ ਅਹੁਦਿਆਂ ਦੇ ਬਾਬਤ ਵੀ ਸੋਚ ਰਹੀਆਂ, ਵਿਚਾਰ ਰਹੀਆਂ, ਅੱਗੇ ਵਧ ਰਹੀਆਂ। ਸੁਲੱਖਣੀ ਗੱਲ ਆ। ਸੋ ਹੁਣ ਦਿਓ ਆਗਿਆ, ਕਿਸੇ ਹੋਰ ਸ਼ਖਸੀਅਤ ਦੇ ਨਾਲ ਜਾਂ ਕਿਸੇ ਵੀ ਹੋਰ ਥਾਂ ਦੇ ਉੱਤੇ ਮੇਲੇ ਗੇਲੇ ਕਰਦੇ ਆ, ਨਵੀਂ ਵੀਡੀਓ, ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਬਹੁਤ ਬਹੁਤ ਧੰਨਵਾਦ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।